ਸਤਿਗੁਰ ਚਰਨਾ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਆਂਦਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤਾ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਭਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਨਰਮਾਂ ਦੇ ਠਾਡੇ ਦਰਬਾਰ ਤੁਧ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਪਿਵਾਰ ਤੁਮ ਧਨ ਧਨੀ ਉਧਾਰਤ ਆਗੇ ਸਰਵਨਨ ਸੁਣੀਅਤ ਸੁਜਸ ਤੁਮਹਾਰ ਮਾਂਗੋ ਕਾਹੇ ਰੰਗ ਸਭ ਦੇਖਾਂ ਤੁਝ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹੈ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨ ਬਾਰ ਕਹੈ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨ ਬਾਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਮੋਲ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਮੋਲ ਸਿਰ ਧਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਇ ਨ ਲੰਘਸ ਪਾਰ ਭੈ ਪਉ ਰਾਖਿਆ ਭਏ ਸਵਾਰ ਰਾਮ ਭੈ ਬਿਨ ਕੋਇ ਨ ਲੰਘਸ ਪਾਰ ਭੈ ਪਉ ਰਾਖਿਆ ਭਏ ਸਵਾਰ ਰਾਮ
वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनों, रोजाना की तरह पातशाह जी की अपार किरपा बख्शिश का सदका ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਗੁਰੂ ਕਿਰਪਾ ਸਦਕਾ ਪਿੱਛੇ ਆਪਾਂ ਰਾਗ ਸ੍ਰੀ ਰਾਗ ਤੇ ਮਾਝ ਰਾਗ ਦੀ ਕਥਾ ਸਰਵਣ ਕੀਤੀ, ਜੋ ਮਾਝ ਰਾਗ ਸੰਪੂਰਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਖੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਬਾਣੀ ਨੂੰ ਅਲੱਗ-ਅਲੱਗ ਰਾਗਾਂ ਵਿੱਚ ਵੰਡਿਆ ਹੈ। ਜਿਵੇਂ ਸ਼ੁਰੂਆਤ ਵਿੱਚ ਹੀ ਪਾਤਸ਼ਾਹ ਨੇ ਰਵਾਬ ਨਾਲ ਰਾਗਾਂ ਨੂੰ ਗਾਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਬਾਣੀ ਨੂੰ ਫਿਰ 31 ਰਾਗਾਂ ਦੇ ਵਿੱਚ ਵੰਡੇ। 30 ਪੁਰਾਤਨ ਰਾਗ ਹੈ ਤੇ ਇੱਕ ਰਾਗ 10ਵੇਂ ਪਾਤਸ਼ਾਹ ਜੀ ਨੇ ਇਹਦੇ ਵਿੱਚ ਲਿਖਿਆ ਜੈ ਜੈਵੰਤੀ, 9ਵੇਂ ਪਾਤਸ਼ਾਹ ਜੀ ਦਾ। ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਾਣੀ ਲਿਖੀ ਔਰ ਪਹਿਲਾ ਰਾਗ ਸ੍ਰੀ ਰਾਗ ਹੈ, ਦੂਜਾ ਮਾਝ ਰਾਗ ਹੈ ਤੇ ਅੱਜ ਤੀਸਰਾ ਰਾਗ ਆਪਾਂ ਆਰੰਭ ਕਰਨ ਲੱਗੇ ਹਾਂ, ਰਾਗ ਗੌੜੀ ਗਵਾਰੇਰੀ, ਜਿਹਦੇ ਵਿੱਚ ਪਹਿਲੇ ਤੀਜੇ ਚੌਥੇ ਪੰਜਵੇਂ ਤੇ ਪਾਤਸ਼ਾਹ ਜੀ ਦੀ ਬਾਣੀ ਔਰ ਭਗਤਾਂ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਜ਼ਿਆਦਾਤਰ ਬਾਣੀ ਇਸ ਪਵਿੱਤਰ ਰਾਗ ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤੀ ਹੈ। ਔਰ 9ਵੇਂ ਪਾਤਸ਼ਾਹ ਜੀ ਦੇ ਕੁਝ ਬਚਨ ਜੋ ਪਾਤਸ਼ਾਹ ਨੇ ਉਚਾਰਨ ਕੀਤੇ। 10ਵੇਂ ਪਾਤਸ਼ਾਹ ਜੀ ਨੇ ਜਦੋਂ ਦਮਦਮਾ ਸਾਹਿਬ ਤਲਵੰਡੀ ਵਿਰਾਜਮਾਨ ਹੋ ਕੇ 9 ਮਹੀਨੇ 9 ਦਿਨਾਂ ਦੇ ਵਿੱਚ ਦੁਆਰਾ ਗੁਰਬਾਣੀ ਨੂੰ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਹੋਰਾਂ ਪਾਸੋਂ ਲਿਖਵਾਉਣਾ ਕੀਤਾ ਤੇ ਉਸ ਵੇਲੇ ਉਹਨਾਂ ਨੇ 9ਵੇਂ ਪਾਤਸ਼ਾਹ ਜੀ ਦੀ ਬਾਣੀ ਰਾਗਾਂ ਦੇ ਵਿੱਚ ਥਾਂ ਪਰ ਥਾਂ ਦਰਜ ਕਰਕੇ ਤੇ ਇੱਕ ਨਵਾਂ ਰਾਗ ਜੈ ਜੈਵੰਤੀ ਇਹਦੇ ਵਿੱਚ ਦਰਜ ਕੀਤਾ। ਇਉਂ ਬਾਣੀ 31 ਰਾਗਾਂ ਦੇ ਵਿੱਚ ਦਰਜ ਹੋਈ। ਤਾਂ ਗੁਰੂ ਪਿਆਰਿਓ, ਇਸ ਰਾਗ ਗੌੜੀ ਦੇ ਵਿੱਚ ਪਹਿਲੇ ਤੀਜੇ ਚੌਥੇ ਪੰਜਵੇਂ ਤੇ 9ਵੇਂ ਪਾਤਸ਼ਾਹ ਅਤੇ ਭਗਤ ਕਬੀਰ ਸਾਹਿਬ ਜੀ ਹੋਰਾਂ ਦੀ ਬਾਣੀ ਦਰਜ ਹੈ। ਗੌੜੀ ਰਾਗ ਦੇ ਪ੍ਰਥਾਏ ਸਤਿਗੁਰੂ ਅਮਰਦਾਸ ਜੀ ਲਿਖਦੇ ਹਨ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਭਾਣੇ ਚੱਲੈ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ। ਭਾਵ ਜੇ ਗੌੜੀ ਰਾਗ ਗਾਉਣਾ ਹੈ ਤਾਂ ਇਹ ਤੁਹਾਨੂੰ ਸੁਲੱਖਣਾ ਕਰ ਸਕਦਾ ਹੈ, ਜੀਵ ਇਸਤਰੀ ਨੂੰ ਸੁਲੱਖਣੀ ਕਰ ਸਕਦਾ ਹੈ। ਜਿਸ ਤਰ੍ਹਾਂ ਕੁੱਖ ਸੁਲੱਖਣੀ ਹੋਣੀ, ਭਾਵ ਇਸਤਰੀ ਦੇ ਬੱਚਾ ਪੈਦਾ ਹੋਣਾ, ਉਹਨੂੰ ਸੁਲੱਖਣੀ ਕਹਿੰਦੇ ਆ। ਹੁਣ ਇਹ ਜੀਵ ਆਤਮਾ ਸੁਲੱਖਣੀ ਕਿਵੇਂ ਹੋਵੇ? ਉਸੇ ਤੱਜ ਦੇ ਸਤਿਗੁਰੂ ਅਮਰਦਾਸ ਜੀ ਕਹਿੰਦੇ, ਜੇ ਗੁਰੂ ਦੇ ਪਰਮੇਸ਼ਰ ਦੇ ਇਸਤਰੀ ਜੀਵ ਇਸਤਰੀ ਪਤੀ ਦੇ ਭਾਣੇ ਵਿੱਚ ਚੱਲੇ, ਸਿੱਖ ਗੁਰੂ ਦੇ ਡਰ ਅੰਦਰ ਚੱਲੇ ਔਰ ਐਸਾ ਸ਼ਿੰਗਾਰ ਸਾਡਾ ਹੋਣਾ ਚਾਹੀਦਾ। ਇਸ ਗੌੜੀ ਰਾਗ ਦਾ ਪਹਿਲਾ ਸ਼ਬਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦੋਂ ਉਚਾਰਿਆ ਜਦੋਂ ਭਾਈ ਮਰਦਾਨਾ ਜੀ ਕੌਡੇ ਰਾਖਸ਼ ਕੋਲ ਫਸੇ ਸਨ। ਉਹਨਾਂ ਨੇ ਵੀ ਸਤਿਗੁਰਾਂ ਨੂੰ ਇਹ ਕਹਿਤਾ ਸੀ, ਮੈਂ ਤਾਂ ਜੀ ਘਰੇ ਚੱਲਿਆ, ਤੁਸੀਂ ਤਾਂ ਗਾਹਾਂ ਹੀ ਗਾਹਾਂ ਤੁਰੇ ਜਾਂਦੇ ਹੋ, ਮੁੜਦੇ ਨਹੀਂ, ਮੈਂ ਤਾਂ ਬੱਚੇ ਵੇਖਣੇ ਆ ਬੜੇ। ਉਦੋਂ ਗੁਰੂ ਦਾ ਡਰ ਕੱਢ ਕੇ ਮਰਦਾਨਾ ਧੱਕੇ ਨਾਲ ਮੁੜਿਆ ਸੀ ਤੇ ਫਿਰ ਅੱਗੇ ਜਾ ਕੇ ਫਸ ਗਿਆ। ਤਾਈਓ ਤਾਂ ਗੁਰੂ ਅਮਰਦਾਸ ਲਿਖਦੇ ਨੇ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਜੇ ਆਪਣੇ ਮਾਲਕ ਨੂੰ ਯਾਦ ਰੱਖੇ
ਮਾਲਕ ਦੇ ਭੈ ਅੰਦਰ ਚੱਲੇ, ਭਾਣੇ ਚੱਲੇ ਸਾਧੂ ਗੁਰੂ ਕੇ। ਇਸਤਰੀ ਪਤੀ ਦੇ ਹੁਕਮ ਅੰਦਰ ਤੇ ਸਿੱਖ ਗੁਰੂ ਦੇ ਹੁਕਮ ਅੰਦਰ ਚੱਲੇ। ਭਾਣੇ ਚੱਲੇ ਸਤਿਗੁਰੂ ਕੇ ਐਸਾ ਸ਼ਿੰਗਾਰ ਕਰੇ। ਸਾਡੇ ਕੀਤੇ ਹੋਏ ਧਾਰਮਿਕ ਚਿੰਨ੍ਹਾਂ ਦੇ ਸ਼ਿੰਗਾਰ, ਇਸਤਰੀ ਦੇ ਕੀਤੇ ਹੋਏ 16 ਸ਼ਿੰਗਾਰ ਤਾਂ ਹੀ ਪ੍ਰਵਾਨ ਹੈ ਜੇ ਉਹ ਆਪਣੇ ਮਾਲਕ ਦੇ ਹੁਕਮ ਅੰਦਰ ਚੱਲਦੀ ਹੈ। ਨਹੀਂ ਤਾਂ ਫਿਰ ਇਹ ਕੀਤੇ ਹੋਏ 16 ਸ਼ਿੰਗਾਰ ਇਸਤਰੀ ਦੇ ਜਾਂ ਫਿਰ ਸਿੱਖਾਂ ਦੇ ਪਹਿਨੇ ਹੋਏ ਧਾਰਮਿਕ ਚਿੰਨ੍ਹ, ਮੁਸਲਮਾਨੀ ਮਤ ਦੇ ਕੀਤੀ ਹੋਈਆਂ ਉਹਨਾਂ ਦੀਆਂ ਧਾਰਮਿਕ ਰੀਤੀ ਰਿਵਾਜਾਂ, ਹਿੰਦੂ ਮਤ ਦੇ ਜੰਜੂ ਤਿਲਕ ਆਦਿ ਤਾਂ ਹੀ ਪ੍ਰਵਾਨ ਹੈ ਜੇ ਆਪਣੇ ਮਾਲਕ ਦੇ ਹੁਕਮ ਅੰਦਰ ਚੱਲਦੇ ਹੈ। ਵਰਨਾ ਫਿਰ ਇਹ ਸਾਰੇ ਸ਼ਿੰਗਾਰ ਕਿਸੇ ਕੰਮ ਦੇ ਨਹੀਂ। ਭਾਣੇ ਚੱਲੇ ਸਤਿਗੁਰੂ ਕੇ ਐਸਾ ਸ਼ਿੰਗਾਰ ਕਰੇ। ਇਹ ਗੁਰੂ ਅਮਰਦਾਸ ਜੀ ਨੇ ਰਾਗ ਗੌੜੀ ਦੇ ਬਾਰੇ ਬਖਸ਼ਿਸ਼ ਕੀਤੇ ਆ ਬਚਨ ਕਿ ਗੌੜੀ ਰਾਗ ਕੀ ਕਹਿੰਦਾ ਸਾਨੂੰ। ਮਾਲਕ ਦੇ ਹੁਕਮ ਅੰਦਰ ਚੱਲੋ। ਪਹਿਲਾ ਸ਼ਬਦ ਹੀ ਮਾਲਕ ਦੇ ਹੁਕਮ ਦੀ ਅਦੁੱਲੀ ਕਰਕੇ ਭਾਈ ਮਰਦਾਨਾ ਚੱਲਿਆ, ਫਿਰ ਉਹਦੀ ਕੈਸੀ ਹਾਲਤ ਹੋਈ ਇਹ ਆਪਾਂ ਅੱਗੇ ਕਥਾ ਸਰਵਣ ਕਰਾਂਗੇ। ਖੈਰ, ਇਹ ਗੌੜੀ ਰਾਗ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਤੀਸਰਾ ਅਸਥਾਨ ਬਖਸ਼ਿਸ਼ ਕੀਤਾ ਔਰ ਗੌੜੀ ਦੀਆਂ 13 ਕਿਸਮਾਂ ਹਨ ਗੁਰਬਾਣੀ ਮੁਤਾਬਕ। ਜਿਵੇਂ ਆਪਾਂ ਕਈ ਵਾਰੀ ਬਾਣੀ ਪੜ੍ਹਦੇ ਆ ਨਾ, ਰਾਗੀ ਸਿੰਘਾਂ ਨੂੰ ਇਸ ਬਾਰੇ ਜ਼ਿਆਦਾ ਪਤਾ। ਗੌੜੀ ਚੇਤੀ, ਗੌੜੀ ਪੂਰਬੀ, ਗੌੜੀ ਦੱਖਣੀ, ਗੌੜੀ ਮਾਝ, ਗੌੜੀ ਮਾਲਵਾ। ਇਸ ਗੌੜੀ ਰਾਗ ਦੇ ਨਾਮ ਵੀ ਕਈ ਹੈ। ਗੁਰਬਾਣੀ ਵਿੱਚ ਗੌੜੀ ਲਿਖਿਆ ਹੈ। ਰਾਗ ਮਾਲਾ ਵਿੱਚ ਇਸੇ ਗੌੜੀ ਰਾਗ ਨੂੰ ਗਵਰੀ ਵੀ ਲਿਖਿਆ ਹੈ, ਗੌਰੀ ਵੀ ਲਿਖਿਆ ਹੈ ਔਰ ਗੌੜੀ ਵੀ ਹੈ। ਤਾਂ ਗਵਰੀ ਵੀ ਗੌੜੀ ਰਾਗ ਦਾ ਨਾਮ ਹੈ। ਰਾਗ ਮਾਲਾ ਵਿੱਚ ਗਵਰੀ ਸ਼ਬਦ ਆਇਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਰਾਗ ਮਾਲਾ ਵਿੱਚ ਲਿਖਿਆ ਸ਼ਬਦ ਬੈਰਾਰੀ ਕਰ ਨਾਟੀ ਧਰੀ ਗਵਰੀ ਗਾਵੈ ਆਸਾ ਵਰੀ। ਤੇ ਗਵਰੀ ਜਿਹੜਾ ਹੈ, ਇਹ ਜਿਹੜੇ 4 ਰਾਗਣੀਆਂ ਰੱਖੀਆਂ ਇੱਥੇ, ਇਹ ਸ਼੍ਰੀ ਰਾਗ ਦੀਆਂ ਇਸਤਰੀਆਂ ਮੰਨੀਆਂ। ਮਤਲਬ ਸ਼੍ਰੀ ਰਾਗ ਦੇ ਵਿੱਚੋਂ ਪ੍ਰਗਟ ਹੁੰਦੀਆਂ, ਉਹਨਾਂ ਦੇ ਨਾਲ ਜੋੜ ਕੇ ਗਾਈਆਂ ਜਾ ਸਕਦੀਆਂ। ਬੈਰਾਰੀ ਕਰ ਨਾਟੀ ਧਰੀ ਗਵਰੀ ਗਾਵੈ ਆਸਾ ਵਰੀ। ਤੇਹ ਪਾਸੇ ਛਿੰਦ ਵੀ ਆਲਾਪੀ। ਸਿੰਧ ਇਲਾਕੇ ਦੇ ਰਾਗ ਵਿੱਚ ਵੀ ਬਾਣੀ ਉਚਾਰਨ ਕੀਤੀ ਹੈ। ਆਸਾ ਵੀ ਇੱਕ ਦੇਸ਼ ਹੈ। ਇਸੇ ਤਰ੍ਹਾਂ ਹੀ ਸ੍ਰੀ ਰਾਗ ਸਿਓ ਪਾਂਚੋ ਥਾਪੀ। ਇਹ 5 ਰਾਗਣੀਆਂ ਸ੍ਰੀ ਨਾਲ ਜੋੜੀਆਂ ਗਈਆਂ। 6 ਰਾਗ ਹੈ, ਉਹਨਾਂ ਦੀਆਂ 5-5 ਇਸਤਰੀਆਂ। ਇਉਂ 30 ਰਾਗਣੀਆਂ ਔਰ ਇਹਨਾਂ ਦੇ 8-8 ਪੁੱਤਰ। ਮਤਲਬ ਕੀ ਹੈ? ਪੁੱਤਰ ਦਾ ਮਤਲਬ ਇਸ ਤਰ੍ਹਾਂ ਜਿਵੇਂ ਆਪਣੇ ਸਰੀਰ ਆ, ਮਤਲਬ ਜਿਹੜੇ ਉਹਨਾਂ 'ਚੋਂ ਪੈਦਾ ਹੋਏ ਛੋਟੇ ਰਾਗ ਹੈ ਉਹਨਾਂ ਨੂੰ ਪੁੱਤਰ ਕਹਿ ਦਿੱਤਾ, ਜਿਹੜੀਆਂ ਰਾਗਣੀਆਂ ਉਹਨਾਂ ਨੂੰ ਇਸਤਰੀਆਂ ਕਹਿ ਦਿੱਤਾ। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਵਿਉਂਤਬੰਦੀ ਦੇ ਨਾਲ, ਸੁਰ ਤਾਲ ਦੇ ਨਾਲ ਮਿਲਾ ਕਰਕੇ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਦਰਜ ਕੀਤਾ ਤੇ ਨਾਲ ਰਾਗੀ ਸਿੰਘਾਂ ਨੂੰ ਸਪੈਸ਼ਲ ਹੁਕਮ ਕੀਤਾ, ਤਾਕੀਦ ਕੀਤੀ ਕਿ ਇਹ ਸ਼ਬਦ ਨੂੰ ਕਿਹੜੇ ਰਾਗ ਵਿੱਚ ਗਾਉਣਾ, ਇਸ ਸ਼ਬਦ ਨੂੰ ਕਿਵੇਂ ਗਾਉਣਾ, ਇਹਦਾ ਕਿਹੜਾ ਸਮਾਂ ਹੈ। ਇਉਂ ਗੌੜੀ ਰਾਗ ਦੀਆਂ ਵੈਸੇ ਕਿਸੇ ਨੇ 9 ਕਿਸੇ ਨੇ 12 ਕਿਸਮਾਂ ਮੰਨੀਆਂ, ਪਰ ਗੁਰਬਾਣੀ ਵਿੱਚ ਇਹਦੀਆਂ 13 ਕਿਸਮਾਂ ਹੀ ਆਈਆਂ। ਗੁਰੂਆਂ ਨੇ 13 ਹੀ ਮੰਨੀਆਂ ਤੇ 13 ਹੀ ਕਿਸਮਾਂ ਰਾਗ ਦੇ ਵਿੱਚ ਹਨ। ਜਿਵੇਂ ਜਿਵੇਂ ਆਪਾਂ ਚੱਲਾਂਗੇ ਅੱਗੇ, ਜਿਵੇਂ ਗੌੜੀ ਦੱਖਣੀ ਗੁਰੂ ਪਿਆਰਿਓ, ਗੌੜੀ ਚੇਤੀ, ਗੌੜੀ ਬੈਰਾਗਣ, ਭਗਤ ਰਵਿਦਾਸ ਜੀ ਦੇ ਸ਼ਬਦ ਵਿੱਚ ਵੀ ਇਹ ਬਚਨ ਹਨ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਗੌੜੀ ਦੀਪਕੀ, ਜਦੋਂ ਸ਼ਬਦ ਅਸੀਂ ਪੜ੍ਹਦੇ ਹਾਂ, ਸਹਿਜ ਪਾਠ ਅਖੰਡ ਪਾਠ ਕਰਦੇ ਹਾਂ ਤੇ ਨਾਲ ਨਾਲ ਇਹ ਸ਼ਬਦ ਆਉਂਦੇ ਹੈ ਭਗਤਾਂ ਦੀ ਬਾਣੀ ਦੇ ਵਿੱਚ। ਗੌੜੀ ਦੀਪਕੀ, ਗੌੜੀ ਪੂਰਬੀ ਦੀਪਕੀ,
इस तरह गुरु प्यारिओ इन्हां दे राही गौड़ी पूर्वी गौड़ी माझ कई रागी सिंह कह दिंदे आ भी इनू गौड़ी ते माझ दोने रागां विच गाया जा सकदा है शब्द नूं भाव माझ ते गौड़ी नूं मिला के जिहड़ा सुरतल तैयार कीता उहनूं गौड़ी माझ कह दिता। गौड़ी मालवा माल राग ये मालवे की बोली है गौड़ी मालवे दे विच भी गाया जा सकता है। सतगुरां ने ये मालवा राग जिहड़ा है 13वां अंक इसका मन्निया है। इस तरह गुरु प्यारिओ सतगुरु पातशाह जी ने गौड़ी सोरठ ये भी लिखे है तो गौड़ी 13वीं और गुरु प्यारिओ भगत कबीर साहब जी के बचनों के विच ना जदों शब्द आरंभ होंदा है जिथे गौड़ी लिखे है उत्थे छोटा जिहा करके नाल अंक लिखे है गौड़ी 1 गौड़ी 2 भाव वो शब्द गौड़ी दियां वो किस्म है जिहड़ियां आपां हुण इत्थे सरवण कीती जिन्हां नूं पता है उन्हां गुरु प्यारिओ ये पता कि ये गौड़ी की किहड़ी किस्म का राग है तो मैं इनू किहड़े सुरताल विच गावां किहड़े बाजे दियां सुरां लवां ते किहड़ा साथी जिहड़ा है तपले वाला ताल लवे। गौड़ी 13वीं वैसे असीं पाठ करन वेले ये अंक नहीं उचारण करते उदा लिखे है नाल गौड़ी दे नाल अंक ला के लिखे है वो दसदा है कि ये शब्द नूं किहड़ी किस्म दे विच रखिया गया है ते किवें इहनूं गाया जांदा है। तो सतगुरु गोबिंद सिंह महाराज जी ने भी 13 किस्मां ही मन्नियां हन गौड़ी दियां। सतगुरां ने भी बेअंत रागां दे विच बाणी रची 10वें ग्रंथ विच होर बहुत राग है गुरु ग्रंथ साहिब जी विच 31 राग हन 10वें ग्रंथ विच बहुत राग है। तो इस तरह गुरु प्यारिओ सतगुरां ने बाणी दे विच 13 किस्मां मन्नियां जिवें मुसलमानां ने 14 तबक मन्ने बई 7 पताल ते 7 आकाश है पर धन गुरु नानक जी कहते नहीं 14 नहीं हैगे ये इन्हां दा पता ही नहीं किन्ने है धरती होर परे होर तिसते भार तले कवन जोर बहुत धरतियां हन 14 तबक नहीं 7 पताल ते 7 आकाश नहीं पाताला पाताल लख आगासा आगास ओढ़ के भाल थके वेद कहन एक बात। इस करके गौड़ी दियां किस्मां की गिनती भावें 9 ते 11 ते खड़ी है पर भगत कबीर साहब जी ने भी इस नूं 13 विच ही मन्निया। अगे भगतां दी बाणी आवेगी जदों उत्थे आपां वेखांगे गौड़ी शब्द दे नाल 1 2 3 4 5 6 7 8 9 10 11 12 13 ये अंक लगे हुए हैं। गौड़ी शब्द अखरां 'च लिखे है उत्ते छोटा करके अंक लिखिया हुआ है वो गौड़ी शब्द की किस्म है बई इहनूं किहड़े राग विच गाया जा सकता है। धन गुरु अर्जन देव जी ने देखो किन्नी बरीकी दे नाल किन्नी दिव्य दृष्टि दे नाल हर चीज़ गुरबाणी दे विच दर्ज कीती है। राग गौड़ी गुआरेरी ये भी एक गौड़ी राग की किस्म है। तो राग गौड़ी गुआरेरी अज का शब्द आरंभ होंदा है इत्थों महला पहला चौपदे दुपदे। राग गौड़ी गुआरेरी दे विच पहले पातशाह धन गुरु नानक देव जी की बाणी आरंभ हुंदी है जिहदे विच कुछ चौपदे हन कुछ दुपदे हन। ये स्पष्ट करन दा कारण सतगुरु अर्जन देव जी का इहो ही सीगा भी जिमें मेहरबान पुत्र पृथ्वी दा तिनपी बाणी बहुत बनाई भोग श्री नानक का पाई। जिमें मेहरबान जिहड़ा है वो मनमर्जी दे शब्द लिख के थल्ले नानक पद पा दिंदा सीगा किते आउण वाले समय विच कोई गुरबाणी विच आपदी मनमत ना ऐड कर देवे को सतनाम श्री। बहुत लोगों ने कोशिशां कीतियां पर समय समय ते जागट ਸਿੰਘਾਂ पासों जागट सिखां वालों जां ब्रह्म ज्ञानी संतां दे वालों जदों वो चीज़ देखी गई तो उन्होंने उस पर कंट्रोल किया और करन वाले नूं रोकिया। ये बाणी उस तरह ही पुरातन स्वरूप दे विच साडे कोल चली आ रही है। जदों भाई गुरदास ने दसिया महाराज पृथ्वी चंद दा पुत्र मेहरबान आपदी मनमत दे शब्द लिख लिख के उन्हां दे विच अपनी
ਮਨਮਤ ਘਸੇੜੀ ਜਾਂਦਾ ਹੈ। ਬਾਬੇ ਨਾਨਕ ਦਾ ਸ਼ਬਦ ਪਾ ਦਿੰਦਾ ਹੈ, ਆਉਣ ਵਾਲੇ ਸਮੇਂ ਵਿੱਚ ਸੰਗਤਾਂ ਨੂੰ ਭੁਲੇਖਾ ਲੱਗ ਜਾਵੇਗਾ। ਛੋਟੀ ਮੱਤ ਆ ਸਾਡੀ, ਭੁਲੇਖਾ ਲੱਗ ਜਾਵੇਗਾ ਸਿੱਖਾਂ ਨੂੰ, ਸਮਝ ਨਹੀਂ ਆਉਣੀ ਕਿਹੜੀ ਬਾਣੀ ਆਪ ਜੀ ਦੀ ਰਚੀ ਹੈ ਤੇ ਕਿਹੜੀ ਕਿਸੇ ਹੋਰ ਦੀ ਰਚੀ ਹੈ। ਤੇ ਜੇ ਗਲਤ ਸ਼ਬਦ ਲਿਖਤਾ ਤੇ ਕੀ ਕਹਿਣਗੇ ਲੋਕ, ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਹੋਇਆ, ਥੱਲੇ ਨਾਨਕ ਲਿਖਿਆ। ਇਸ ਕਰਕੇ ਭੁਲੇਖੇ ਤੋਂ ਬਚ ਗਏ। ਅੱਜ ਵੀ ਬਹੁਤ ਸਾਰੇ ਲੋਕ ਕਿਸੇ ਨੂੰ ਬਦਨਾਮ ਕਰਨ ਵਾਸਤੇ ਉਸ ਦੇ ਨਾਂ 'ਤੇ ਕੋਈ ਗਲਤ ਚੀਜ਼ ਪੇਸ਼ ਕਰਦੇ, ਦੁਨੀਆ ਕਹਿੰਦੀ ਹੈ ਫਲਾਨਾ ਇਹੋ ਜਿਹਾ ਨਿਕਲ ਗਿਆ। ਇਸ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਸ਼ਬਦ ਸ਼ਬਦ ਤੇ ਪੰਕਤੀ ਪੰਕਤੀ ਦੇ ਉੱਤੇ ਅੰਕ ਲਿਖੇ ਨੇ, ਔਰ ਨਾਲ ਇਹ ਵੀ ਲਿਖਿਆ ਕਿ ਇਹ ਸ਼ਬਦ 4 ਪਦਿਆਂ ਦਾ ਹੈ। ਚੌਪਦੇ 4 ਪਦਿਆਂ ਦਾ ਸ਼ਬਦ, ਦੁਪਦੇ 2 ਪਦਿਆਂ ਦਾ ਸ਼ਬਦ। ਸੁਖਮਨੀ ਸਾਹਿਬ ਅਸ਼ਟਪਦੀਆਂ ਵਿੱਚ ਹੈ, 8-8 ਪਦਿਆਂ ਦੇ ਸ਼ਬਦ ਹੈ ਸੁਖਮਨੀ ਸਾਹਿਬ 'ਚ। ਚੌਪਦੇ, ਦੁਪਦੇ, ਤਿੱਪਦੇ 3-3 ਪਦਿਆਂ ਦੇ ਸ਼ਬਦ ਵੀ ਹੈ ਉੱਥੇ, ਤਿੱਪਦੇ ਲਿਖੇ ਆ। ਤੇ ਪਲਸ ਪਦੇ 3-3 ਪਦੇ, 2 ਪਲਸ ਪਦੇ 2-2 ਪਦੇ, 4 ਪਲਸ ਪਦੇ 4-4 ਪਦੇ। ਤਾਂ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਇਹ ਬਾਣੀ ਜਿਹੜੀ ਆਰੰਭ ਕੀਤੀ ਹੈ, ਗੌੜੀ ਰਾਗ ਦਾ ਪਹਿਲਾ ਸ਼ਬਦ, ਪਹਿਲਾ ਜੋ ਪ੍ਰਕਰਨ ਬਣਿਆ ਉਹ ਬਾਬੇ ਨਾਨਕ ਜੀ ਦੀ ਬਾਣੀ ਤੋਂ ਆਰੰਭ ਕਰਦੇ ਹਨ। ਤੇ ਸਭ ਤੋਂ ਪਹਿਲਾਂ ਕਿਸੇ ਵੀ ਰਾਗ ਨੂੰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਮੂਲ ਮੰਤਰ ਲਿਖਦੇ ਆ। ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ, ਚੌਪਦੇ 2 ਪਦੇ। ਇਹ ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਆ। ਚੌਪਦਿਆਂ ਅਤੇ 2 ਪਦਿਆਂ ਵਿੱਚ ਇੱਕ ਓੰਕਾਰ। ਪੁਰਾਣੇ ਸਮਿਆਂ ਦੇ ਵਿੱਚ ਸੰਸਾਰ ਨੇ ਕਈ ਰੱਬ ਮੰਨੇ ਸਨ। ਹਿੰਦੂ ਮਤ ਵਿੱਚ ਖਾਸ ਕਰਕੇ 3 ਰੱਬ ਮੰਨੇ, ਬਰਮਾ, ਵਿਸ਼ਨੂੰ, ਮਹੇਸ਼। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖਿਆ ਬਈ ਇਹਨਾਂ ਨੂੰ ਜੋੜਨਾ ਤਾਂ ਇੱਕ ਦੇ ਨਾਲ ਸੀਗਾ, ਤੇ ਦੁਨੀਆ ਤਾਂ ਥਾਂ ਤੇ ਮੱਥੇ ਟੇਕੀ ਜਾਂਦੀ ਹੈ। ਤਾਂ ਅਕਾਲ ਪੁਰਖ ਜੀ ਕੋਲੋਂ ਜਿਹੜਾ ਉਹ ਲੈ ਕੇ ਆਏ ਮੰਤਰ, ਜੋ ਅਕਾਲ ਪੁਰਖ ਨੇ ਕਿਹਾ, ਨਾਨਕ ਮੈਂ ਤੈਨੂੰ ਇਸ ਕਰਕੇ ਬੁਲਾਇਆ ਜਦੋਂ ਬੇਈ ਨਦੀ 'ਚੋਂ ਅਲੋਪ ਹੋ ਕੇ ਗਏ, ਬਈ ਹੁਣ ਤੂੰ ਇਹ ਮੋਦੀ ਖਾਨੇ ਆਦਿ ਇਹ ਕੰਮ ਛੱਡ, ਸੰਸਾਰੀ ਧੰਦੇ ਛੱਡ, ਤੇ ਮੇਰੇ ਬਾਰੇ ਦੱਸ ਲੋਕਾਂ ਨੂੰ, ਮੇਰੇ ਬਾਰੇ ਪ੍ਰਚਾਰ ਕਰ। ਤੇ ਕਹਿੰਦੇ ਆਵਾਜ਼ ਆਈ ਅਕਾਲ ਪੁਰਖ ਦੀ, ਕਾਨ ਸੁਣੇ ਪਹਿਚਾਨ ਨਾ ਤਿਨਸਿਓ। ਆਵਾਜ਼ ਆਈ, ਦਿਵਿਆ ਸਰੂਪ ਪ੍ਰਕਾਸ਼ ਦੇ ਰੂਪ ਦੇ ਵਿੱਚ ਹੈ। ਤੇ ਗੁਰੂ ਨਾਨਕ ਦੇਵ ਜੀ ਵਾਪਸ ਕਹਿੰਦੇ, ਮਹਾਰਾਜ ਮੈਂ ਤੁਹਾਡਾ ਪ੍ਰਚਾਰ ਕਿਵੇਂ ਕਰਾਂ, ਮੈਂ ਤੁਹਾਡੇ ਬਾਰੇ ਦੁਨੀਆ ਨੂੰ ਕਿਵੇਂ ਦੱਸਾਂ ਵੀ ਤੁਸੀਂ ਕਿਹੋ ਜਿਹੇ ਆ, ਕੀ ਸੁਭਾਅ ਹੈ, ਕੀ ਲੱਛਣ ਹੈ, ਮੈਨੂੰ ਪਤਾ ਨਹੀਂ ਇਹਦੇ ਬਾਰੇ। ਤੇ ਅਕਾਲ ਪੁਰਖ ਜੀ ਫਿਰ ਕਹਿੰਦੇ, ਆ ਨਾਨਕ ਪਹਿਲਾਂ ਮੈਂ ਤੇਰਾ ਗੁਰੂ ਬਣਦਾ ਹਾਂ, ਤੈਨੂੰ ਮੈਂ ਗੁਰਮੰਤਰ ਦਿੰਦਾ ਹਾਂ, ਬਸ ਉਸ ਮੰਤਰ ਦਾ ਹੀ ਪ੍ਰਚਾਰ ਕਰਨਾ ਹੈ। ਤੇ ਇਹ ਸਾਰੀ ਗੁਰਬਾਣੀ ਜਿਹੜੀ ਉਚਾਰਨ ਕੀਤੀ ਗਈ ਹੈ, ਇਹ ਮੂਲ ਮੰਤਰ ਦੇ ਹੀ ਵਿਸਥਾਰ ਦੇ ਵਿੱਚ ਉਚਾਰਨ ਹੋ ਗਈ। ਕਹੋ ਸਤਿਨਾਮ ਸ੍ਰੀ। ਬਹੁਤ ਸਾਰਾ ਇਤਿਹਾਸ ਵੀ ਹੈ ਗੁਰਬਾਣੀ ਵਿੱਚ। ਜਦੋਂ ਆਪਾਂ ਇਸ ਨੂੰ ਖੋਲ੍ਹਦੇ ਆ ਸ਼ਬਦਾਂ ਨੂੰ, ਤਾਂ ਉਹਨਾਂ ਦੇ ਵਿੱਚੋਂ ਪੁਰਾਣੀਆਂ ਸਾਖੀਆਂ ਇਤਿਹਾਸ ਦੀਆਂ ਵੀ ਨਿਕਲਦੀਆਂ, ਕਿਹੜਾ ਸ਼ਬਦ ਕਿੱਥੇ ਕਿਉਂ ਗਾਇਆ ਗਿਆ। ਜਿਵੇਂ ਕੱਲ੍ਹ ਵੀ ਆਪਾਂ ਇੱਕ ਜੈਨ ਮਤ ਬਾਰੇ ਬਾਬੇ ਨਾਨਕ ਜੀ ਦੇ ਬਚਨ ਬਿਲਾਸ ਸਰਵਣ ਕੀਤੇ ਪਿਛਲੇ 3 ਦਿਨ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ, ਅਕਾਲ ਪੁਰਖ ਜੀ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਫਿਰ ਇਹ ਦਿੱਤਾ ਮੂਲ ਮੰਤਰ, ਇੱਕ ਓੰਕਾਰ ਸਤਿਨਾਮ। ਉਹ ਪਰਿਪੂਰਨ ਪਰਮੇਸ਼ਰ ਇੱਕ ਹੈ, ਰੱਬ ਇੱਕ ਹੈ, 2 ਨਹੀਂ 3 ਨਹੀਂ, ਅਦੁੱਤੀ। ਦੁੱਤੀ ਦੂਜਾ, ਮੂਰੇ ਆੜਾ ਲਾ ਕੇ ਉਹਨੂੰ ਉਲਟਾਤਾ ਸ਼ਬਦ ਨੂੰ। ਅਦੁੱਤੀ ਜਿਹਦੇ ਵਰਗਾ ਦੂਜਾ ਨਹੀਂ ਹੈਗਾ, ਉਹ ਇੱਕੋ ਹੀ ਹੈ। ਤਾਂ ਇੱਕ ਓਂਕਾਰ ਦੇ ਸਾਹਮਣੇ ਈੜੀ ਪਲੱਸ ਏਕਾ ਨਹੀਂ ਲਿਖਿਆ, ਈੜੀ ਕੱਕਾ ਇੱਕ ਨਹੀਂ ਪਾਇਆ, ਏਕਾ ਪਾਇਆ।
ਹੁਣ ਇਸ ਏਕੇ ਦਾ ਕੋਈ ਵੀ ਹੋਰ ਅਰਥ ਨਹੀਂ ਕੱਢ ਸਕਦੇ। ਇਹਦਾ ਅਰਥ ਇੱਕੋ ਹੀ ਨਿਕਲੂਗਾ ਤੇ ਉਹ ਵੀ ਪਰਮਾਤਮਾ ਨਿਕਲੂਗਾ। ਕਹੋ ਸਤਿਨਾਮ ਸ੍ਰੀ, ਜਿਹਦੇ ਵਰਗਾ ਦੂਸਰਾ ਕੋਈ ਨਹੀਂ ਹੈ। ਉਹ ਅਦੁੱਤੀ ਓਮ ਸ੍ਰਿਸ਼ਟੀ ਦਾ ਪ੍ਰਕਾਸ਼ ਕਰਨ ਵਾਲਾ, ਸ੍ਰਿਸ਼ਟੀ ਦੇ ਸਾਜਣ ਵਾਲਾ। ਉੱਤੇ ਇੱਦਾਂ ਕਰਕੇ ਇੱਕ ਡੰਡੀ ਲੱਗੀ ਆ, ਉਸ ਨੂੰ ਕਹਿੰਦੇ ਆ ਕਾਰ। ਉਹ ਇਸ਼ਾਰਾ ਕਰਦੀ ਹੈ ਕਿ ਇਹੋ ਹੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਕਹੋ ਸਤਿਨਾਮ ਸ੍ਰੀ। ਕਾਰ ਹੁਕਮ, ਹੁਕਮ ਹੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਉਹ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਢਾਉਣ ਵਾਲਾ ਤੇ ਫਿਰ ਬਣਾਉਣ ਵਾਲਾ ਹੈ। ਅਰਬਦ ਨਰਬਦ ਧੁੰਦੂ ਕਾਰਾ, ਧਨ ਨ ਗਗਨਾ ਹੁਕਮਾ ਪਾਰਾ, ਨਾ ਦਿਨ ਰਹਿਣ ਨ ਚੰਦ ਨ ਸੂਰਜ, ਸੁਨ ਸਮਾਧ ਰਖਾਏਂਦਾ। ਹੁਣ ਉਸ ਗੱਲ ਨੂੰ ਕਲੀਅਰ ਕਰਨ ਵਾਸਤੇ ਬਈ ਜਿਹੜਾ ਉਹ ਇੱਕ ਹੈ, ਹੁਣ ਉਹਨੂੰ ਕਲੀਅਰ ਕਰਨ ਵਾਸਤੇ ਵੀ ਉਹ ਇੱਕ ਕਿਹੜਾ ਹੈ। ਇੱਕ ਇੱਕ ਤਾਂ ਆਪਾਂ ਸਾਰੇ ਹੀ ਹਾਂ, ਕਿਸੇ ਵਰਗਾ ਕੋਈ ਨਹੀਂ, ਇੱਕੋ ਹੀ ਆ। ਪਰ ਨਹੀਂ, ਕੁਝ ਲੱਛਣ, ਕੁਝ ਸੁਭਾਅ ਰੱਖ ਦਿੱਤੇ ਵਿੱਚ ਮੂਲ ਮੰਤਰ ਦੇ, ਤਾਂ ਕਿ ਉਸ ਅਲਿਕ ਦਾ ਤੇ ਉਸ ਇੱਕ ਦਾ ਨਿਰਣਾ ਹੋ ਜਾਵੇ ਵੀ ਹਾਂ ਇਹ ਇੱਕ ਦੀ ਗੱਲ ਹੋ ਰਹੀ ਹੈ। ਇੱਕ ਤਾਂ ਆਕਾਸ਼ ਵੀ ਹੈ, ਇੱਕ ਧਰਤੀ ਵੀ ਆ, ਪਰ ਇੱਥੇ ਕਿਹੜੇ ਇੱਕ ਦੀ ਗੱਲ ਹੋ ਰਹੀ ਆ? ਅਕਾਲ ਪੁਰਖ ਜੀ ਆਪਣੇ ਬਾਰੇ ਦੱਸਦੇ ਹਨ, ਸਤ ਜਿਹੜਾ ਖਤਮ ਨਹੀਂ ਹੁੰਦਾ। ਹੁਣ ਗੱਲ ਕਲੀਅਰ ਹੋ ਗਈ ਨਾ। ਜਿਹੜੇ ਮਰਦੇ ਆ, ਜਿਹੜੇ ਗਲਦੇ ਆ, ਜਿਹੜੇ ਜਰ ਲੱਗ ਕੇ ਖਤਮ ਹੋ ਜਾਂਦੇ ਆ, ਉਹ ਨਹੀਂ ਹੈਗੇ। ਇਹ ਉਹ ਆ ਜਿਹੜਾ ਕਦੇ ਖਤਮ ਨਹੀਂ ਹੁੰਦਾ। ਮੈਂ ਉਸ ਇੱਕ ਦੀ ਗੱਲ ਕਰਦਾ। ਕਹੋ ਸਤਿਨਾਮ ਸ੍ਰੀ। ਗੱਲ ਕਲੀਅਰ ਹੋ ਗਈ ਨਾ, ਥੋੜਾ ਨਿਰਣਾ ਹੋ ਗਿਆ ਨਾ। ਜਿਵੇਂ ਬੀਬੀਆਂ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਮੂੰਗੀ ਦਾਲ ਧਰਨੀ ਤੇ ਉਸ ਨੂੰ ਫਿਰ ਛਾਂਟਦੀਆਂ ਤੇ ਉਹਨੂੰ ਹਿਲਾ ਹਿਲਾ ਕੇ ਉਹਦੇ ਵਿੱਚੋਂ ਕੋਕੜੂ ਕੱਢ ਕੱਢ ਸਿੱਟੀ ਜਾਂਦੀਆਂ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਜਿਹੜੇ ਰੱਬ ਦੇ ਆਸੇ ਪਾਸੇ ਕੋਕੜੂ ਪੈਦਾ ਕੀਤੇ ਸੀ ਦੁਨੀਆ ਨੇ, ਬਈ ਬਰਮਾ ਰੱਬ ਹੈ, ਵਿਸ਼ਨੂੰ ਰੱਬ ਹੈ, ਸ਼ਿਵ ਰੱਬ ਹੈ, ਫਲਾਨੀ ਨਦੀ ਰੱਬ ਹੈ, ਫਲਾਨਾ ਪਸ਼ੂ ਰੱਬ ਹੈ, ਇਹ ਸਾਰੇ ਕੋਕੜੂ ਸੀ। ਭਾਵ ਪਰਮੇਸ਼ਰ ਦੇ ਬਰਾਬਰ ਨਹੀਂ ਹੈਗੇ। ਪਰਮੇਸ਼ਰ ਤਾਂ ਇੱਕ ਹੈ। ਮੂਲ ਮੰਤਰ ਦੇ ਅਰਥ ਜੋ ਬਾਬੇ ਨਾਨਕ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਵੀ ਪਰਮੇਸ਼ਰ ਕੀ ਹੈ, ਇਹ ਗੁਰਪ੍ਰਸਾਦ ਤੱਕ ਜਿਹੜਾ ਮੰਤਰ ਹੈ ਇਹ ਬਾਬੇ ਨਾਨਕ ਜੀ ਨੂੰ ਮਿਲਿਆ। ਉਹਨਾਂ ਨੇ ਇਹਦਾ ਪ੍ਰਚਾਰ ਕੀਤਾ ਦੁਨੀਆ ਵਿੱਚ ਆ ਕੇ। ਉਹ ਇੱਕ ਹੈ, ਉਹ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਉਹ ਹੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਫਿਰ ਹੋਰ ਕਲੀਅਰ ਕਰਨ ਵਾਸਤੇ ਲਿਖ ਦਿੱਤਾ, ਸਤ ਨਾਮ ਉਹ ਹੀ ਸਤ ਹੈ, ਉਸੇ ਦਾ ਨਾਮ ਸਤ ਹੈ। ਸਾਡੇ ਬੁੜਿਆਂ ਦੇ ਨਾਮ ਤਾਂ ਆਪਾਂ ਭੁੱਲ ਹੀ ਗਏ, ਪਤਾ ਨਹੀਂ ਕਿਹੜੇ ਕਿਹੜੇ ਹੋਏ ਸੀਗੇ। ਬਾਪੂ ਦਾ ਨਾਮ ਦਾਦੇ ਪੜਦਾਦੇ ਤੱਕ ਆਪਾਂ ਯਾਦ ਹੋਣਾ, ਉਦੋਂ ਪਿੱਛੇ ਨਹੀਂ ਕਿਸੇ ਨੂੰ ਜਾਣਦੇ ਆਪਾਂ। ਤੇ ਉਹ ਵੀ ਹੈ ਹੀ ਨਹੀਂ ਅੱਜ ਧਰਤੀ ਵਿੱਚ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈਂ ਪਾਛੇ ਉਹ ਚੱਲ ਗਏ, ਤੂੰ ਅਜੇ ਨਾ ਪਤੀਨ ਹੋਏ। ਤਾਂ ਸਦਾ ਰਹਿਣ ਵਾਲਾ ਜਿਹੜਾ ਮੈਂ ਉਹਦੀ ਗੱਲ ਕਰਦਾ, ਜਿਹੜਾ ਉਹ ਇੱਕ ਹੈ, ਉਹ ਸਤ ਹੈ, ਕਦੇ ਖਤਮ ਹੋਣ ਵਾਲਾ ਨਹੀਂ। ਤੇ ਉਸੇ ਦਾ ਨਾਮ ਵੀ ਸਤ ਹੈ। ਕਿੰਨੇ ਪੈਦਾ ਹੋਏ ਤੇ ਕਿੰਨੇ ਮਰ ਗਏ, ਉਹਨਾਂ ਦੇ ਨਾਮ ਵੀ ਖਤਮ ਹੋ ਗਏ, ਉਹਨਾਂ ਦੇ ਨਾਮ ਵੀ ਖਤਮ ਹੋ ਗਏ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਉਹ ਜਿਹੜਾ ਪਰਿਪੂਰਨ ਪਰਮੇਸ਼ਰ ਸਤ ਹੈ, ਉਹਦਾ ਨਾਮ ਸਤ ਹੈ। ਨਾਮ ਰਹਿਓ, ਤੇ ਜਿਹੜੇ ਨਾਮ ਨਾਲ ਜੁੜ ਗਏ ਉਹ ਵੀ ਨਾਮ ਦੇ ਵਿੱਚ ਅਭੇਦ ਹੋ ਕੇ ਉਹ ਵੀ ਸਦਾ ਲਈ ਅਮਰ ਹੋ ਗਏ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹਾਂ ਨੇ ਇਸ ਜਗਤ ਵਿੱਚ ਆ ਕੇ ਗੁਰੂ ਦੇ ਮੰਤਰ ਨੂੰ ਲੈ ਕੇ ਜਪਨਾ ਕੀਤਾ, ਉਹ ਵੀ ਪਰਮੇਸ਼ਰ ਵਿੱਚ ਮਿਲ ਕੇ ਉਹਦਾ ਰੂਪ ਹੋ ਗਏ। ਉਹ ਹੁਣ ਜੰਮਦੇ ਮਰਦੇ ਨਹੀਂ,
ਉਹ ਧਰਤੀ ਦੀਆਂ ਜੂਨਾਂ ਵਿੱਚ ਗਲ ਕੇ ਨਹੀਂ, ਗਲੇ ਨਹੀਂ, ਖਤਮ ਨਹੀਂ ਹੋਏ। ਉਹ ਪਰਮੇਸ਼ਰ ਦੇ ਵਿੱਚ ਮਿਲ ਗਏ। ਪਰਮੇਸ਼ਰ ਦੀ ਮੈਂ ਸਿਫਤ ਕਰਾਂ, ਉਸ ਦੀ ਵਿਆਖਿਆ ਧੰਨ ਗੁਰੂ ਨਾਨਕ ਦੇਵ ਜੀ ਨੇ ਕੀਤੀ ਆ ਮੂਲ ਮੰਤਰ ਵਿੱਚ। ਇਹ ਮੂਲ ਮੰਤਰ ਪਰਮੇਸ਼ਰ ਦਾ ਸੁਭਾਅ, ਉਹਦੇ ਲੱਛਣ, ਉਹਦੀ ਜਾਣ ਪਛਾਣ, ਉਹਦਾ ਸਰੂਪ ਹੈ। ਇੱਕ ਓੰਕਾਰ ਸਤਨਾਮ, ਉਹ ਹੀ ਸਤ ਹੈ। ਤੇ ਦੁਨੀਆ ਵਿੱਚ ਕਈ ਆਏ, ਰਾਵਣ ਕਹਿੰਦਾ ਮੈਂ ਨਹੀਂ ਮਰਦਾ, ਮੈਂ ਵੀ ਸਤ ਹਾਂ। ਹਰਨਾਕਸ਼ ਕਹਿੰਦਾ ਮੈਂ ਨਹੀਂ ਮਰਦਾ। ਬ੍ਰਹਮਾ ਨੂੰ ਇੱਕ ਦਿਨ ਹੰਕਾਰ ਹੋ ਗਿਆ, ਸਾਗਰ ਦੇ ਵਿੱਚ ਬੈਠਾ ਕਮਲ ਦੇ ਫੁੱਲ ਤੇ, 4 ਚਫੇਰੇ ਪਾਣੀ ਪਾਣੀ ਆ, ਦੂਰ ਤੱਕ ਪਾਣੀ ਪਾਣੀ, ਉਹਨੂੰ ਕੋਈ ਬੰਦਾ ਪਰਿੰਦਾ ਕੁਛ ਨਹੀਂ ਦਿਸਦਾ। ਦਿਮਾਗ ਦੇ ਵਿੱਚ ਫਤੂਰ ਪੈਦਾ ਹੋ ਗਿਆ, ਖਿਆਲ ਪੈਦਾ ਹੋ ਗਿਆ, ਅਹੰ ਬ੍ਰਹਮ ਅੰਸਮੀ, ਮੈਂ ਹੀ ਰੱਬ ਹਾਂ, ਸਦਾ ਰਹਿਣ ਵਾਲਾ ਮੈਂ ਹੀ ਹਾਂ। ਬੰਦਿਆਂ ਵਿੱਚ ਵੀ ਹੋ ਗਿਆ ਨਾ। ਹਰਨਾਕਸ਼ ਕਹਿੰਦਾ ਮੈਂ ਹੀ ਹਾਂ। ਜਦੋਂ ਉਹਨੇ ਬ੍ਰਹਮਾ ਦੇ ਕੋਲੋਂ ਵਰ ਲੈ ਲਏ, ਕਹਿੰਦਾ ਸਾਰਿਆਂ ਨੂੰ, ਕਹਿੰਦਾ ਕੋਈ ਰੱਬ ਨਹੀਂ ਹੋਏ। ਜਲੇ ਹਰਨਾਕਸ਼, ਥਲੇ ਹਰਨਾਕਸ਼, ਇਹਾਂ ਹਰਨਾਕਸ਼, ਉਹਾਂ ਹਰਨਾਕਸ਼, ਇਧਰ ਹਰਨਾਕਸ਼, ਉਧਰ ਹਰਨਾਕਸ਼, ਬਸ ਇਹੀ ਜਪਿਆ ਕਰੋ। ਸਕੂਲਾਂ ਦੇ ਵਿੱਚ ਆਪਦਾ ਹੀ ਮੰਤਰ ਚਲਾਤਾ। ਜਿਹਦੀ ਸਰਕਾਰ ਹੁੰਦੀ ਆ ਉਹ ਫਿਰ ਸਾਰੇ ਅਦਾਰਿਆਂ ਵਿੱਚ ਆਪਦੀ ਮਰਜ਼ੀ ਚਲਾਉਂਦੇ ਨਾ। ਅੱਜ ਵੀ ਇਹੀ ਚੱਲਦਾ। ਹਰਨਾਕਸ਼ ਨੇ ਵੀ ਚਲਾਇਆ ਸੀ ਸਕੂਲਾਂ ਵਿੱਚ ਮੰਤਰ। ਸੰਡਾ ਮਰਕਾ ਮਾਸਟਰ ਪ੍ਰਹਿਲਾਦ ਨੂੰ ਕਹਿੰਦੇ ਪੜ੍ਹੋ, ਕਲਾਸ ਨੂੰ ਪੜ੍ਹਾਉਂਦੇ ਆ। ਜਲੇ ਹਰਨਾਕਸ਼, ਥਲੇ ਹਰਨਾਕਸ਼। ਹਰਨਾਕਸ਼ ਦਾ ਹੀ ਪੁੱਤਰ ਪ੍ਰਹਿਲਾਦ ਕਹਿੰਦਾ ਗਲਤ ਹੈ, ਉਹ ਕੋਈ ਹੋਰ ਹੈ ਜਿਹੜਾ ਹਰ ਥਾਂ 'ਤੇ ਰਹਿਣ ਵਾਲਾ। ਇਹ ਹਰਨਾਕਸ਼ ਨਹੀਂ ਹੈਗਾ, ਕੋਈ ਸਤਨਾਮ, ਉਹ ਪਰਮੇਸ਼ਰ ਹੈ। ਅਸਲ ਵਿੱਚ ਪਰਮੇਸ਼ਰ ਨੇ ਉਹਦੇ ਘਰੇ ਐਸਾ ਪੁੱਤਰ ਪੈਦਾ ਕਰਤਾ ਜਿਹੜਾ ਹਰਨਾਕਸ਼ ਦੇ ਐਂਟੀ ਚੱਲਿਆ। ਔਰ ਫਿਰ ਹਰਨਾਕਸ਼ ਨੂੰ ਉਸ ਦੇ ਕਾਰਨ ਹੀ ਉਹਦੀ ਮੌਤ ਹੋਈ। ਕਿਉਂ? ਭਗਤਾਂ ਦੇ ਨਾਲ ਆਡਾ ਵਿੱਢ ਕੇ ਬਹਿ ਗਿਆ। ਜਿਹੜਾ ਰੱਬ ਦੇ ਪਿਆਰਿਆਂ ਦੇ ਐਂਟੀ ਚੱਲਦਾ, ਜਿਹੜਾ ਰੱਬ ਦੇ ਪਿਆਰਿਆਂ ਦੇ ਉਲਟ ਚੱਲਦਾ, ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ, ਜਿਹੜਾ ਰੱਬ ਦੇ ਪਿਆਰਿਆਂ ਨੂੰ ਦੁੱਖ ਦਿੰਦਾ, ਫਿਰ ਉਹਨਾਂ ਦੀ ਰੱਖਿਆ ਪਰਮੇਸ਼ਰ ਕਰਦਾ। ਤੇ ਹਰਨਾਕਸ਼ ਦਾ ਰਾਜ ਸੀਗਾ, ਮਲਤਾਨ ਦੇ ਵਿੱਚ ਰਾਜਾ ਸੀ ਇਹ। ਤੇ ਇਸ ਨੇ ਦੁੱਖ ਦੇਣਾ ਸ਼ੁਰੂ ਕੀਤਾ। ਜਿਹੜੇ ਰੱਬ ਦਾ ਨਾਮ ਜਪਣ ਵਾਲੇ ਸੀ, ਕੋਈ ਰਾਮ ਰਾਮ ਕਰਦਾ ਸੀ, ਕੋਈ ਅੱਲਾ ਅੱਲਾ ਕਰਦਾ ਸੀ, ਇਹਨਾਂ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ, ਮੰਦਰ ਢਾਉਣੇ ਸ਼ੁਰੂ ਕਰਤੇ। ਜਦੋਂ ਧਰਤੀ ਤੇ ਐਸੀ ਤਰਥੱਲੀ ਮੱਚੀ ਤੇ ਫਿਰ ਧਰਤੀ ਦੇ ਲੋਕਾਂ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ, ਮਹਾਰਾਜ ਬਚਾਓ, ਇਹ ਤਾਂ ਧਰਮ ਨੂੰ ਖਤਮ ਕਰਦੇ ਤੁਲੇ ਆ। ਜਿਵੇਂ ਅੱਜ ਦੇ ਰਾਜੇ, ਉਹ ਵੀ ਥਾਂ ਥਾਂ 'ਤੇ ਆਪਦੀਆਂ ਫੋਟੋਆਂ ਚੇਪੀ ਜਾਂਦੇ, ਅਸੀਂ ਆ ਬਸ, ਹੋਰ ਕੋਈ ਹੈ ਹੀ ਨਹੀਂ। ਪਰ ਇਹੋ ਜਿਹੇ ਬਹੁਤ ਹੋ ਕੇ ਚਲੇ ਗਏ। ਏਤੇ ਭਏ ਤੋਂ ਕਹਾਂ ਪੈ ਭੂਪਤੀ ਅੰਤ ਕੋ ਨਾਂਗਈ ਪਾਏ ਪਧਾਰੇ। ਪੁੱਛੋ 10ਵੇਂ ਪਾਤਸ਼ਾਹ ਜੀ ਨੂੰ, ਉਹਨਾਂ ਨੇ ਸਵਈਆਂ ਵਿੱਚ ਲਿਖਤਾ, ਕਿਉਂਕਿ ਉਹਨਾਂ ਦੀ ਭੇਟ ਵਾਰਤਾ ਜ਼ਿਆਦਾ ਰਾਜਿਆਂ ਨਾਲ ਹੋਈ ਆ। ਰਾਜਿਆਂ ਨੂੰ ਗਿਆਨ ਦੇ ਕੇ ਸਿੱਧੇ ਰਸਤੇ ਪਾਏ। ਅਖੀਰ ਹਰਨਾਕਸ਼ ਮਾਰਿਆ ਗਿਆ। ਖੈਰ ਅੱਗੇ ਚੱਲ ਗਏ ਆਪਾਂ। ਮੈਂ ਪਰਮੇਸ਼ਰ ਦੀ ਮਹਿਮਾ ਕਰ ਰਿਹਾ ਸੀਗਾ ਮੂਲ ਮੰਤਰ ਦੇ ਰਾਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਇੱਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਦੂਜਾ ਨਹੀਂ ਹੈਗਾ। ਉਹ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਉਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ, ਤੇ ਉਹੋ ਹੀ ਲੈ ਕਰਨ ਵਾਲਾ ਹੈ। ਹਿੰਦੂ ਮਤ ਨੇ 3 ਮੰਨੇ ਸੀ। ਬਰਮਾ ਪੈਦਾ ਕਰਦਾ ਹੈ, ਵਿਸ਼ਨੂੰ ਪਾਲਦਾ ਹੈ, ਤੇ ਸ਼ਿਵ ਜਿਹੜਾ ਹੈ ਉਹਨਾਂ ਨੂੰ ਮਾਰ ਦਿੰਦਾ, ਲੈ ਕਰਦਾ। ਪਰ ਨਹੀਂ, ਕਹਿੰਦੇ ਇਹ ਇੱਕੋ ਹੀ ਆ। ਜਿਵੇਂ ਕਿਸੇ ਸੰਸਥਾ ਦਾ ਜਿਹੜਾ ਮੁਖੀ ਹੈ, ਮੈਨੇਜਰ ਹੈ, ਜਿਹੜਾ ਸੰਸਥਾਪਕ ਹੈ, ਉਹਦੇ ਹੁਕਮ ਅੰਦਰ ਹੀ ਸਾਰੇ ਕਰਿੰਦੇ ਕੰਮ ਕਰਦੇ ਆ। ਆਪਾਂ ਸਾਰੇ ਕਰਿੰਦੇ ਹਾਂ। ਬਰਮਾ ਵਿਸ਼ਨੂੰ ਮਹੇਸ਼ ਵੀ ਕਰਿੰਦੇ ਆ, ਉਹਦੇ ਰੱਬ ਨਹੀਂ ਹੈਗੇ। ਇਹ ਰੱਬ ਦੇ ਹੁਕਮ ਅੰਦਰ ਕੰਮ ਕਰਨ ਵਾਲੇ ਆ। ਲੇਕਿਨ ਬਰਮਾ ਵਿਸ਼ਨੂੰ ਮਹੇਸ਼ ਵੀ ਕੋਈ ਸਰੀਰ ਨਹੀਂ ਹੈਗੇ। ਇਹ 3 ਤੱਤ ਹੈ, ਅੱਗ ਪਾਣੀ ਤੇ ਹਵਾ। ਸਾਚੇ ਤੇ ਪਵਨਾ ਪਿਆ। ਅਕਾਲ ਪੁਰਖ ਤੋਂ ਪਹਿਲਾਂ ਹਵਾ ਪੈਦਾ ਹੋਈ, ਏਕਾ ਮਾਈ ਜੁਗਤ ਵਿਆਈ। ਫਿਰ ਉਹ ਤੋਂ 3 ਚੇਲੇ ਪੈਦਾ ਕੀਤੇ।
ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇਹ ਮਾਲਕ ਥੋੜਾ ਹੀ, ਇਹ ਤਾਂ ਕਰਿੰਦੇ ਆ ਸਾਰੇ। ਇਹ ਤਾਂ ਉਹਦੇ ਹੁਕਮ ਅੰਦਰ ਕੰਮ। ਆਪਾਂ ਵੀ ਤਾਂ ਮੁਲਾਜ਼ਮੀ ਆ ਨਾ ਸਾਰੇ। ਤੁਸੀਂ ਵੀ ਤਾਂ ਕਿਸੇ ਦੇ ਹੁਕਮ ਅੰਦਰ ਚੱਲ ਰਹੇ ਹੋ, ਆਪਣੇ ਮਾਂ ਬਾਪ ਦੇ, ਆਪਣੇ ਮਾਸਟਰਾਂ ਦੇ, ਆਪਣੇ ਅਧਿਆਪਕਾਂ ਦੇ, ਆਪਣੇ ਉਸਤਾਦਾਂ ਦੇ। ਇਸਤਰੀ ਆਪਣੇ ਪਤੀ ਦੇ ਹੁਕਮ ਅੰਦਰ ਚੱਲਦੀ ਆ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੈ, ਭਾਣੇ ਚੱਲੇ ਸਤਿਗੁਰੂ ਕੇ ਐਸਾ ਸ਼ਿੰਗਾਰ ਕਰੇ। ਇਹ ਸ਼ਿੰਗਾਰ ਹੋਵੇ ਸਿੱਖ ਦਾ, ਜੀਵ ਇਸਤਰੀ ਦਾ। ਜਿਵੇਂ ਇਸਤਰੀ ਆਪਣੇ ਪਤੀ ਦੇ ਹੁਕਮ ਅੰਦਰ ਚੱਲਦੀ ਆ, ਜਿਵੇਂ ਉਹਦੀ ਮਰਜ਼ੀ ਆ ਉਵੇਂ ਚੱਲਦੀ ਆ। ਜੇ ਉਹ ਕਹੇ ਸ਼ਿੰਗਾਰ ਕਰ ਲਾ, ਸ਼ਿੰਗਾਰ ਕਰਦੀ ਆ। ਜੇ ਉਹ ਕਹੇ ਵੀ ਆਪਾਂ ਨੂੰ ਸਾਦਾ ਜੀਵਨ ਠੀਕ ਆ, ਉਹ ਸਾਦਾ ਹੀ ਰੱਖ ਲੈਂਦੀ ਆ। ਕਹੋ ਸਤਨਾਮ, ਜਿਵੇਂ ਮੇਰੇ ਮਾਲਕ ਨੂੰ ਚੰਗਾ ਲੱਗੇ ਉਵੇਂ ਠੀਕ ਆ, ਜਿਵੇਂ ਤੈਨੂੰ ਭਾਵੇ। ਸਤਨਾਮ ਉਹ ਸਤ ਹੈ, ਉਹਦਾ ਨਾਮ ਵੀ ਸਤ ਹੈ। ਕਰਤਾ ਪੁਰਖ ਉਹ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਇਕੱਲਾ ਹੀ ਬੈਠਾ ਸੀ ਕਰੇ। ਮਾਰੂ ਰਾਗ ਵਿੱਚ ਬਾਬਾ ਜੀ ਲਿਖਦੇ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨ ਚੰਦ ਨ ਸੂਰਜ, ਸੁੰਨ ਸਮਾਧ ਲਗਾਏਂਦਾ। ਇਕੱਲਾ ਹੀ ਬੈਠਾ ਸੀ, ਕੋਈ ਫੁਰਨਾ ਨਹੀਂ ਸੀਗਾ। ਬੈਠੇ ਬੈਠੇ ਫੁਰਨਾ ਬਣ ਗਿਆ। ਪਰਮੇਸ਼ਰ ਦੇ ਅੰਦਰ ਫੁਰਨਾ ਬਣਿਆ। ਜਿਵੇਂ ਤੁਹਾਡੇ ਅੰਦਰ ਫੁਰਨਾ ਬਣਿਆ ਵੀ ਵਿਆਹ ਕਰਾਈਏ, ਫਿਰ ਅੱਗੇ ਵੰਸ਼ ਚੱਲੂਗੀ, ਕੁੱਲ ਚੱਲੂਗੀ। ਇਹ ਵੀ ਤੁਹਾਡਾ ਫੁਰਨਾ ਹੀ ਹੈ, ਤੁਹਾਡੇ ਮਾਂ ਬਾਪ ਦਾ ਫੁਰਨਾ। ਇਵੇਂ ਪਰਮੇਸ਼ਰ ਦਾ ਸਭ ਤੋਂ ਪਹਿਲਾਂ ਫੁਰਨਾ ਬਣਿਆ ਉਹਦੇ ਅੰਦਰ ਇੱਕ, ਬਈ ਮੇਰੇ ਵਰਗੇ ਹੋਰ ਵੀ ਹੋਣ। ਤੇ ਉਸ ਨੂੰ ਕੋਈ ਕਰਨ ਵਿੱਚ ਚਿਰ ਨਹੀਂ ਲੱਗਦਾ। ਉਹ ਕਹਿੰਦਾ ਹੋ ਜਾ, ਤੇ ਸ੍ਰਿਸ਼ਟੀ ਬਣਨੀ ਸ਼ੁਰੂ ਹੋ ਗਈ। ਉਸ ਤੋਂ ਹਵਾ ਪੈਦਾ ਹੋਈ ਜਦੋਂ ਬੋਲਿਆ। ਸ੍ਰੀ ਲੱਗਦਾ ਬਚਨ ਹੈ, ਸਾਚੇ ਤੇ ਪਵਨਾ ਭਇਆ। ਤੁਸੀਂ ਬੋਲਦੇ ਹੋ, ਹਵਾ ਨਿਕਲਦੀ ਹੈ ਨਾ, ਇਸੇ ਤਰ੍ਹਾਂ ਇਹ ਹਵਾ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਪੈਦਾ ਕੀਤੀ। ਮੁਸਲਮਾਨ ਮਤ ਵਿੱਚ ਬਾਬਾ ਆਦਮ ਤੇ ਅੰਮਾ ਹਵਾ ਕਹਿ ਦਿੰਦੇ ਆ। ਕਹੋ ਸਤਿਨਾਮ। ਪਹਿਲੇ ਸਭ ਤੋਂ ਪਹਿਲੇ ਜਿਹੜੇ ਜੋੜਾ ਹੈ ਉਹਨੂੰ ਬਾਬਾ ਆਦਮ ਤੇ ਅੰਮਾ ਹਵਾ ਕਹਿੰਦੇ ਆ ਮੁਸਲਮਾਨ ਮਤ ਵਿੱਚ। ਸਾਚੇ ਤੇ ਪਵਨਾ ਪਿਆ, ਹਵਾ ਪੈਦਾ ਹੋਈ। ਹਵਾ ਠੰਡੀ ਹੋ ਕੇ ਪਾਣੀ ਬਣ ਗਿਆ। ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ। ਤੇ ਪਾਣੀ ਤੋਂ ਫਿਰ ਇਹ ਤਿੰਨੇ ਲੋਕ ਸਾਜੇ ਗਏ। ਆਪਾਂ ਸਾਰੇ ਪਾਣੀ ਤੋਂ ਬਣੇ, ਪਾਣੀ ਤੋਂ ਹੀ ਇਹ ਕੁਦਰਤ ਬਣੀ ਆ। ਪਾਣੀ ਤੋਂ ਬਗੈਰ ਪੌਦਾ ਬੀਜ ਕੁਛ ਵੀ ਨਹੀਂ ਉਗੜਦਾ। ਇਹ ਸਭ ਕੁਝ ਪਾਣੀ ਦਾ ਬਣਿਆ। ਇਸੇ ਕਰਕੇ ਆਪਾਂ ਨੂੰ ਦਰਿਆ ਵੀ ਕਹਿਤਾ। ਤਿਸ ਤੇ ਹੋਏ ਲੱਖ ਦਰਿਆ। ਪਾਣੀ ਤੋਂ ਬਣਿਆ ਨਾ, ਤਾਂ ਹੀ ਆਪਣਾ ਨਾਂ ਇੱਕ ਦਰਿਆ ਵੀ ਹੈ ਸਾਰਿਆਂ ਦਾ। ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ। ਮੈਂ ਇੱਕ ਜਨਮ ਵਿੱਚ ਕੀ, ਜੇ ਵਾਰ-ਵਾਰ ਜਨਮ ਲੈ ਕੇ ਉਹਦੇ ਬਾਰੇ ਦੱਸਣਾ ਚਾਹਾਂ ਤਾਂ ਨਹੀਂ ਦੱਸ ਸਕਦਾ। ਉਹ ਬੜਾ ਬੇਅੰਤ ਹੈ। ਕਰਤਾ ਪੁਰਖ ਉਹ ਹੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਕੋਈ ਬਰਮਾ ਨਹੀਂ। ਹਾਂ, ਗੱਲ ਕਰਦੇ ਸੀ ਬਰਮਾ ਨੂੰ ਹੰਕਾਰ ਹੋ ਗਿਆ। ਬੈਠਾ ਬੈਠਾ ਦਰਿਆ 'ਚ, ਸਾਗਰ 'ਚ ਕਹਿੰਦਾ ਅਹੰਗ ਬ੍ਰਹਮ ਅੰਸਮੀ, ਮੈਂ ਹੀ ਰੱਬ ਹਾਂ। ਆਵਾਜ਼ ਆਈ ਨਹੀਂ, ਤੈਥੋਂ ਪਰੇ ਕੋਈ ਹੋਰ ਵੀ ਵੱਡਾ ਹੈ। ਪਰਮੇਸ਼ਰ ਜੀ ਨੇ ਕਹਿੰਦੇ ਆ ਜਿਹਨੂੰ। ਇਹਨੇ ਆਵਾਜ਼ ਸੁਣੀ, ਕਹਿੰਦਾ ਇੱਥੇ ਕੋਈ ਨਹੀਂ ਦਿਸਦਾ, ਮੈਂ ਇਕੱਲਾ ਹੀ ਹਾਂ। ਆਵਾਜ਼ ਆਈ, ਜਿਹੜੇ ਕਮਲ ਦੇ ਫੁੱਲ ਤੇ ਬੈਠਾ, ਇਹਨੂੰ ਪਹਿਲਾਂ ਕਿਹਨੇ ਬਣਾਇਆ? ਤੂੰ ਇਹ 'ਚੋਂ ਪੈਦਾ ਹੋਇਆ। ਉਹ ਕਮਲ ਦਾ ਫੁੱਲ ਮਾਂ ਦਾ ਗਰਭ ਹੈ। ਚਲੋ ਖੈਰ, ਉੱਥੇ ਵੀ ਪਾਣੀ ਪਾਣੀ ਆ। ਜਿੱਥੇ ਬੱਚੇ ਦਾ 9 ਮਹੀਨੇ ਰਹਿਣਾ ਹੁੰਦਾ, ਉੱਥੇ ਵੀ 4 ਚੁਫੇਰੇ ਪਾਣੀ ਆ ਉਸ ਦੇ। ਤੇ ਬਾਹਰਲੀ ਕਹਾਣੀ ਵੀ ਇਸੇ ਤਰ੍ਹਾਂ ਹੈ। ਸਾਗਰ ਦੇ ਵਿੱਚ ਕਮਲ ਦੇ ਫੁੱਲ ਤੇ ਬੈਠਾ ਕਹਿੰਦਾ ਅਹੰਗ ਬ੍ਰਹਮ ਅੰਸਮੀ, ਮੈਂ ਹੀ ਰੱਬ ਹਾਂ। ਆਵਾਜ਼ ਆਈ ਤੂੰ ਰੱਬ ਨਹੀਂ, ਤੈਥੋਂ ਪਰੇ ਹੋਰ ਹੈ ਕੋਈ। ਆ ਜਿਹੜੇ ਕਮਲ ਦੇ ਫੁੱਲ ਤੇ ਬੈਠਾ ਹੈ, ਤੈਥੋਂ ਵੱਡਾ ਹੈ, ਤੈਥੋਂ ਪਹਿਲਾਂ ਬਣਿਆ, ਤੂੰ ਇਹਦੇ ਵਿੱਚੋਂ ਪੈਦਾ ਹੋਇਆ। ਜਿਵੇਂ ਕੋਈ ਜਵਾਕ ਪੜ੍ਹ ਲਿਖ ਕੇ ਕਹੇ ਕਿ ਮੈਂ ਹੀ ਸਿਆਣਾ, ਮਾਂ ਕੀ ਜਾਣਦੀ ਆ, ਪਿਓ ਕੀ ਜਾਣਦਾ, ਐਸਾ ਹੀ ਹਾਲ ਬ੍ਰਹਮਾ ਦਾ ਹੋ ਗਿਆ। ਕਹਿੰਦਾ ਨਹੀਂ, ਇਹ ਫੁੱਲ ਕੀ ਤਾਕਤ ਰੱਖਦਾ ਹੈ ਕਮਲ ਦਾ, ਮੈਂ ਇਹਦੇ ਲੱਤ ਮਾਰ ਕੇ ਦੇਖਦਾ।
ਜੇ ਤਾਂ ਮੇਰੀ ਲੱਤ ਝੱਲ ਗਿਆ ਫਿਰ ਤਾਂ ਮੈਥੋਂ ਵੱਡਾ, ਤੇ ਜੇ ਟੁੱਟ ਗਿਆ ਤੇ ਫਿਰ ਛੋਟਾ। ਕਹਿੰਦੇ ਇਹਨੇ ਲੱਤ ਮਾਰੀ ਉਸ ਕਮਲ ਦੇ ਫੁੱਲ ਦੇ, ਤੇ ਉਹ ਇਹਦਾ ਹਲ ਕੇ ਤੇ ਫਿਰ ਖੜ ਗਿਆ, ਟੁੱਟਿਆ ਨਾ। ਮਾਂ ਨੂੰ ਬੱਚਾ ਕਿੰਨਾ ਵੀ ਦੁੱਖ ਦਿੰਦਾ, ਮਾਂ ਫਿਰ ਵੀ ਬੱਚੇ ਦਾ ਸੁੱਖ ਮਨਾਉਂਦੀ ਆ, ਕਹੋ ਸਤਨਾਮ ਸੀ। ਪਰ ਇਸ ਨੇ ਦੂਜੀ ਵਾਰ ਉਸ ਦੀ ਜਿਹੜੀ ਨਾੜੀ ਹੈ, ਜਿਹੜੀ ਪੈਪ ਹੈ, ਥਲੇ ਡੰਡੀ ਹੈ ਜਿਹੜੀ ਉਹ ਕਮਲ ਦੀ, ਉਹਦੇ ਵਿਚਾਲੇ ਲੱਤ ਮਾਰੀ, ਤੇ ਜਦੋਂ ਵਿਚਾਲੇ ਲੱਤ ਮਾਰੀ ਤੇ ਉਹ ਪੈਪ ਖੁੱਲ ਗਈ, ਤੇ ਇਹ ਉਹਦੇ ਵਿੱਚ ਡਿੱਗ ਪਿਆ। ਹੁਣ ਡਿੱਗਿਆ ਤੁਰਿਆ ਜਾ ਰਿਹਾ ਜਿਵੇਂ ਕੋਈ ਖੂਹ ਵਿੱਚ ਡਲਾ ਸਿੱਟੀਏ। ਹੁਣ ਇਹ ਕਹਿੰਦਾ ਬਚਾਓ 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 ਬਚਾਓ, ਤੇ ਆਵਾਜ਼ ਆਈ ਵੀ ਹੁਣ ਕਿਹਨੂੰ ਕਹਿਣਾ ਬਚਾਓ, ਜਦ ਤੈਥੋਂ ਵੱਡਾ ਕੋਈ ਹੈ ਹੀ ਨਹੀਂ, ਫਿਰ ਕਿਵੇਂ ਕੌਣ ਬਚਾਓ ਤੈਨੂੰ? ਜੇ ਤੂੰ ਕਹਿਣਾ ਬਚਾਓ ਤਾਂ ਇਹਦਾ ਮਤਲਬ ਕੋਈ ਹੈਗਾ ਤੈਥੋਂ ਪਹਿਲਾਂ ਬਚਾਉਣ ਵਾਲਾ। ਕਹੋ ਸਤਨਾਮ ਮਾਰੇ ਰਾਖੈ ਏਕੋ ਆਪ। ਪਰ ਆਵਾਜ਼ ਆਈ ਚੱਲ ਹੁਣ ਤੋਂ ਧੁਰ ਚੱਲ। ਫਿਰ ਉੱਥੇ ਜਾ ਕੇ ਡਿੱਗਿਆ ਸਿਰੇ ਤੇ ਆਵਾਜ਼ ਆਈ ਤਪ ਕਰ ਤਪ ਕਰ ਤਪ ਕਰ, ਜਿਵੇਂ ਬੱਚਾ 9 ਮਹੀਨੇ ਤਪੱਸਿਆ ਕਰਦਾ ਮਾਂ ਦੇ ਪੇਟ 'ਚ। ਬਾਣੀ ਕਹਿੰਦੀ ਆ ਸਾਰੇ ਬਚਨ ਅਲੱਗ ਅਲੱਗ ਥਾਵਾਂ 'ਚ ਲਿਖੇ ਆ, ਮੈਂ ਆਪ ਜੀ ਸਾਹਮਣੇ ਪਰੋਸ ਰਿਹਾ ਇਕੱਠੇ ਕਰਕੇ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਂ ਦੇ ਗਰਭ ਦੇ ਵਿੱਚ ਮੈਂ ਕਿਹੜਾ ਸਿਮਰਨ ਕਰਦਾ ਸੀਗਾ, ਉੱਥੇ ਤਾਂ ਆਪਾਂ ਅੱਖਰ ਵੀ ਨਹੀਂ ਸੀ ਜਾਣਦੇ, ਨਾ ਕੋਈ ਰਾਮ ਨਾ ਕੋਈ ਸ਼ਬਦ ਨਾ ਕੋਈ ਹੋਰ। ਹਾਂ ਉਹ ਜਿਹਨੂੰ ਰਮਿਆ ਰਾਮ ਕਹਿੰਦੇ ਆ, ਜਿਹਨੂੰ ਵਾਹਿਗੁਰੂ ਕਹਿੰਦੇ ਆ, ਜਿਹਨੂੰ ਅੱਲਾਹ ਕਹਿੰਦੇ ਆ, ਮਾਂ ਦੇ ਗਰਭ ਦੇ ਵਿੱਚ ਅਸੀਂ ਉਸ ਦੇ ਸਨਮੁਖ ਬੈਠੇ ਉਹਨੂੰ ਵੇਖ ਰਹੇ ਸੀ। ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਇਹ ਬੱਚਾ ਆਪਾਂ ਸਾਰੇ, ਇਹ ਜੀਵ ਆਤਮਾ ਸਾਡਾ ਸਰੀਰ ਨੂੰ ਲੈ ਕਰਕੇ ਮਾਂ ਦੇ ਪੇਟ ਵਿੱਚ ਨਾਮ ਜਪਦਾ ਸੀ, ਤਾਈਓ ਤਾਂ ਬਚਿਆ ਸੀ। ਉੱਥੇ 4 ਚੁਫੇਰੇ ਪਰਮੇਸ਼ਰ ਨੇ ਪਾਣੀ ਦੀ ਥੈਲੀ ਬਣਾਈ ਆ ਤਾਂ ਕਿ ਇਹਨੂੰ ਕੋਈ ਸੰਸਾਰੀ ਸੇਕ ਨਾ ਲੱਗੇ। ਤੁਸੀਂ ਜਦੋਂ ਕੋਈ ਮੱਝ ਗਾਂ ਆਪਣਾ ਬੱਚਾ ਦਿੰਦੀ ਆ, ਸੂੰਦੀ ਆ, ਤੇ ਤੁਸੀਂ ਦੇਖਦੇ ਹੋ ਬਹੁਤ ਸਾਰਾ ਪਾਣੀ ਆਉਂਦਾ ਹੈ। ਉਹ ਪਾਣੀ ਉਸ ਬੱਚੇ ਦੇ 4 ਚੁਫੇਰੇ ਪਰਮੇਸ਼ਰ ਨੇ ਰੱਖਿਆ ਤਾਂ ਕਿ ਇਸ ਨੂੰ ਸੰਸਾਰੀ ਸੇਕ ਨਾ ਲੱਗੇ ਕੋਈ ਬਾਹਰੀ ਤੌਰ 'ਤੇ। 9 ਮਹੀਨੇ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਪਰ ਉੱਥੇ ਜਿੱਥੇ ਉਹ ਜਲ ਇਹਨੂੰ ਬਚਾਉਂਦਾ ਸੀ, ਉੱਥੇ ਇਸ ਨੂੰ ਪਰਮੇਸ਼ਰ ਦਾ ਨਾਮ ਵੀ ਬਚਾਉਂਦਾ ਸੀ। ਇਹ ਆਪਣੇ ਨਿੱਜ ਸਰੂਪ ਨਾਲ ਜੁੜਿਆ ਹੋਇਆ ਸੀਗਾ। ਜਦੋਂ ਜਨਮ ਹੋਇਆ ਡਾਕਟਰਾਂ ਨੇ ਇਸ ਨੂੰ ਸਫਾਈ ਕੀਤੀ, ਇਹ ਬੋਲਿਆ ਨਹੀਂ, ਇਹਦੀ ਧੌਣ 'ਤੇ ਹੱਥ ਮਾਰ ਕੇ ਇਹਨੂੰ ਰਵਾਇਆ, ਬੁਲਾਇਆ ਤਾਂ ਇਹ ਬੋਲਿਆ। ਤੇ ਜਦੋਂ ਇਹ ਬੋਲਿਆ ਪਹਿਲਾ ਸਵਾਸ ਨਾੜੂਏ ਰਾਹੀਂ ਲੈਂਦਾ ਸੀ। ਇਹ ਜਿਹੜਾ ਮਾਂ ਸਵਾਸ ਲੈਂਦੀ ਸੀ ਉਹੀ ਇਹਨੂੰ ਮਿਲਦਾ ਸੀਗਾ ਨਾੜੂਏ ਰਾਹੀਂ। ਪਰ ਹੁਣ ਨਾੜੂਏ ਨਾਲੋਂ ਅਲੱਗ ਕਰ ਦਿੱਤਾ ਹੈ, ਜਨਮ ਹੋ ਗਿਆ, ਮਾਂ ਦਾ ਨਾੜੂਆ ਕੱਟ ਕੇ ਅਲੱਗ ਕਰਤਾ, ਧੁੰਨੀ ਕੋਲੋਂ ਨਾੜੂ ਬੰਨ੍ਹ ਦਿੱਤੀ ਹੈ। ਜਿਹੜਾ ਮਾਂ ਕੋਲੋਂ 1 ਗਿੱਠ ਤੇ 10 ਉਂਗਲਾਂ ਸਵਾਸ ਮਿਲਿਆ, ਉਹ ਅੰਦਰ ਫਿੱਟ ਹੋ ਗਿਆ। ਤੇ ਜਦੋਂ ਇਹਨੇ ਹੌਂਕਾ ਲਿਆ, ਲੰਬਾ ਸਵਾਸ ਲਿਆ, ਜਦੋਂ ਇਹ ਰੋਇਆ ਤਾਂ ਹੁਣ ਇਹ ਸਵਾਸ ਵਾਸਤੇ ਇਹਦੇ ਫੇਫੜੇ ਚੱਲ ਪਏ, ਇਹਦੀ ਮਸ਼ੀਨਰੀ ਇੱਧਰੋਂ ਚੱਲ ਪਈ। ਕਹੋ ਸਤਨਾਮ। ਤੇ ਨੱਕ ਰਾਹੀਂ ਨਾਸਕਾ ਰਾਹੀਂ ਸਵਾਸ ਲੈਣ ਲੱਗੇ। ਜਿਵੇਂ ਉਹ ਇੰਜਨ ਚਲਾਉਂਦੇ ਆ ਨਾ, ਫੀਟਰ ਇੰਜਨ, ਉਹਦਾ ਸਿਸਟਮ ਇਹੋ ਹੀ ਆ। ਉਹਦੇ ਉੱਤੇ ਟੱਸ ਲੱਗੀ ਹੁੰਦੀ ਆ, ਤੇ ਟੱਸ ਦੇ ਹੇਠਾਂ 2 ਟੋਪੀਆਂ, ਉਹ ਦੋਨੇ ਟੋਪੀਆਂ ਨੱਪੀਆਂ ਹੋਈਆਂ, ਉਹਦਾ ਹੈਂਡਲ ਨਹੀਂ ਵੱਜਦਾ। ਉਹ ਟੱਸ ਨੂੰ ਤਾਂ ਚੱਕ ਲੈਂਦੇ ਆ, ਇੱਕ ਸਾਈਡ ਖੁੱਲ੍ਹ ਜਾਂਦੀ ਆ, ਹਵਾ ਨਿਕਲਣ ਲੱਗ ਜਾਂਦੀ ਹੈ, ਤੇ ਫਿਰ ਉਹ ਘੁੰਮ ਜਾਂਦਾ। ਫਿਰ ਪੂਰੇ ਚੱਕਰ ਪਾ ਕੇ ਇੱਕਦਮ ਉਹ ਟੋਪੀ ਬੰਦ ਕਰ ਦਿੰਦੇ ਆ, ਤੇ ਫਿਰ ਉਸ ਦਾ ਜਿਹੜਾ ਸਿਸਟਮ ਹੈ ਉਹ ਚੱਲ ਪੈਂਦਾ। ਫਿਰ ਕਦੇ ਇੱਧਰਲੀ ਖੁੱਲ੍ਹਦੀ ਹੈ, ਕਦੇ ਇੱਧਰਲੀ ਖੁੱਲ੍ਹਦੀ ਹੈ, ਤੇ ਉਹਦੇ ਅੰਦਰ ਹਵਾ ਜਾਣੀ ਸ਼ੁਰੂ ਹੋ ਜਾਂਦੀ ਹੈ, ਤੇਲ ਜਾਣਾ ਸ਼ੁਰੂ ਹੋ ਜਾਂਦਾ, ਤੇ ਉਹ ਵੀ ਚੱਲ ਪੈਂਦਾ। ਇਵੇਂ ਸਾਡੇ ਆ 2 ਨਾਸਕਾਂ,
ਇਹ ਬੰਦ ਸੀਗੀਆਂ। ਤੇ ਜਦੋਂ ਡਾਕਟਰਾਂ ਨੇ ਰਵਾਇਆ ਜੀਵ ਨੂੰ, ਇਹ ਰੋਇਆ, ਉੱਚੇ ਲੰਬੇ ਹੌਂਕੇ ਲਏ ਤੇ ਇਸ ਦਾ ਵੀ ਨਾਸਿਕਾ ਚੱਲਣੀ ਸ਼ੁਰੂ ਹੋਈ। ਕਦੇ ਖੱਬੀ ਚੱਲਦੀ ਹੈ, ਕਦੇ ਸੱਜੀ ਚੱਲਦੀ ਹੈ, ਸਵਾਸ ਅੰਦਰ ਜਾਂਦਾ ਹੈ। ਔਰ ਨਾਲ ਹੀ ਇਹਦੇ ਅੰਦਰ ਅੱਗ ਵੀ ਰੱਖੀ ਹੈ ਪਰਮੇਸ਼ਰ ਨੇ। ਰੋਟੀ ਜਿਹੜੀ ਹੈ ਇਹ ਬਾਲਣ ਹੈ, ਖੁਰਾਕ ਜਿਹੜਾ ਖਾਂਦੇ ਆ ਇਹ ਬਾਲਣ ਪਾ ਰਹੇ ਆ। ਹੀਟਰ ਵਿੱਚ ਤੇਲ ਪਾਇਆ, ਇਹਦੇ ਵਿੱਚ ਬਾਲਣ ਪਾਉਣੇ ਆ ਪ੍ਰਸ਼ਾਦੇ ਦਾ, ਭੋਜਨ ਦਾ। ਕਹੋ ਸਤਨਾਮ ਸ੍ਰੀ। ਇਹ ਚੱਲ ਪਈ ਗੱਡੀ ਫਿਰ। ਤਾਂ ਉਹ ਬ੍ਰਹਮਾ ਨੂੰ ਪਰਮੇਸ਼ਰ ਨੇ ਹੁਕਮ ਦਿੱਤਾ, ਚੱਲ ਧੁਰ ਚੱਲ, ਹੁਣ ਤੈਨੂੰ ਰੋਕਣ ਵਾਲਾ ਕੋਈ ਨਹੀਂ। ਤਪ ਕਰ, ਤਪ ਕਰ, ਤਪ ਕਰ, ਉੱਥੇ ਜਾ ਕੇ ਤਪੱਸਿਆ ਕਰ, ਫਿਰ ਤੈਨੂੰ ਮੈਂ ਪੈਦਾ ਕਰੂੰਗਾ 9 ਮਹੀਨਿਆਂ ਬਾਅਦ। ਆਪਾਂ ਸਾਰੇ ਬ੍ਰਹਮਾ, ਇਹ ਸਾਰਿਆਂ ਦੀ ਕਹਾਣੀ ਆਪਣੀ ਕਹਾਣੀ ਹੈ। ਬ੍ਰਹਮਾ ਕੋਈ ਅਲੱਗ ਬੰਦੇ ਦੀ ਕਹਾਣੀ ਨਹੀਂ, ਆਪਣੀ ਸਭ ਦੀ ਕਹਾਣੀ ਹੈ। ਕਹੋ ਸਤਨਾਮ ਸੀ। ਆਪਾਂ ਨੂੰ ਵੀ ਜਦੋਂ ਕਿਤੇ ਹੰਕਾਰ ਹੋਇਆ ਤੇ ਆਪਾਂ ਨੂੰ ਟੇਢੀਆਂ ਜੂਨਾਂ ਵਿੱਚ ਸਿੱਟਿਆ ਗਿਆ। ਉੱਥੇ ਕਿੰਨਾ ਕਿੰਨਾ ਚਿਰ ਅਸੀਂ ਭਟਕਦੇ ਰਹੇ। ਦਇਆ ਦ੍ਰਿਸ਼ਟੀ ਹੋਈ ਪਰਮੇਸ਼ਰ ਦੀ, ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ। ਬੰਦਾ ਫਿਰ ਬਣਾਤਾ, ਕਹਿੰਦੇ ਜਾ ਹੁਣ ਤੂੰ ਤਪ ਕਰ। ਕਿ ਅਸੀਂ ਤਪ ਕਰਨਾ। ਹੁਣ 9 ਮਹੀਨੇ ਮਾਂ ਦੇ ਪੇਟ 'ਚ ਤਪ ਕੀਤਾ, ਹੁਣ ਆਪਣਾ ਜਨਮ ਹੋ ਗਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਮਹਾਰਾਜ ਕਿਰਪਾ ਕਰੋ, ਜਦੋਂ ਮੈਂ ਜੰਮਿਆ ਮੈਂ ਤਾਂ ਭੁੱਲ ਹੀ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮੈਨੂੰ ਦੱਸ ਮੈਂ ਕੀ ਜਪਦਾ ਸੀ ਮਾਂ ਦੇ ਪੇਟ 'ਚ। ਹੁਣ ਉਹ ਜਿਹੜਾ ਉਹ ਅੱਖਰਾਂ ਤੋਂ ਬਗੈਰ ਸ਼ਬਦ ਹੈ, ਪਰ ਉਹਦੇ ਬਾਰੇ ਸਮਝਾਉਣ ਵਾਸਤੇ ਸਤਿਗੁਰਾਂ ਨੇ ਅੱਖਰ ਵਰਤੇ। ਅੱਖਰ ਵਰਤੇ, ਵਾਹਿਗੁਰੂ ਰਾਮ, ਇਹ ਸ਼ਬਦ ਸਾਰੇ, ਸਾਰੀ ਗੁਰਬਾਣੀ ਸਤਿਗੁਰਾਂ ਨੇ ਅੱਖਰਾਂ ਦੇ ਵਿੱਚ ਫਿਰ ਸਾਨੂੰ ਉਸ ਨਿਰੱਖਰੇ ਦਾ, ਬਿਨਾਂ ਸਰੀਰ ਵਾਲੇ ਪਰਮੇਸ਼ਰ ਦਾ ਗਿਆਨ ਦੇਣਾ ਸ਼ੁਰੂ ਕੀਤਾ, ਜਿਹੜਾ ਅੱਖਰਾਂ ਦੇ ਵਿੱਚ ਦੱਸਿਆ ਗਿਆ। ਪਰ ਜਿੱਦੇ ਸਮਝ ਆ ਗਈ ਉਹਦੇ ਅੱਖਰਾਂ ਤੋਂ ਵੀ ਗਾਂਹ ਟੱਪ ਜਾਓਗੇ। ਕਹੋ ਸਤਨਾਮ ਸ੍ਰੀ। ਉਹ ਪਰਮੇਸ਼ਰ ਜੀ ਦੀ ਮੈਂ ਗੱਲ ਕਰਦਾ ਮੂਲ ਮੰਤਰ ਦੇ ਵਿੱਚ। ਉਹ ਸਤ ਹੈ, ਉਹਦਾ ਨਾਮ ਸਤ ਹੈ। ਉਹ ਹੀ ਸ੍ਰਿਸ਼ਟੀ ਦਾ ਕਰਤਾ ਪੁਰਖ ਹੈ। ਪੁਰਖ, ਅਸੀਂ ਮਨੁੱਖ ਨੂੰ ਪੁਰਖ ਕਹਿੰਦੇ ਹਾਂ, ਬੀਬੀ ਨੂੰ ਇਸਤਰੀ ਕਹਿੰਦੇ ਹਾਂ। ਇਹ ਜੋੜਾ ਹੈ ਸ੍ਰਿਸ਼ਟੀ ਨੂੰ ਭਰੀ ਰੱਖਣ ਵਾਸਤੇ। ਪਸ਼ੂਆਂ ਦਾ ਵੀ ਹੈ, ਪੰਛੀਆਂ ਦੇ ਜੋੜੇ ਵੀ ਹੈ, ਮਨੁੱਖਤਾ ਦੇ ਜੋੜੇ ਵੀ ਹੈ। ਪਰ ਅਸਲ ਵਿੱਚ ਆਪਾਂ ਸਾਰੇ ਇਸਤਰੀਆਂ ਹਾਂ। ਪ੍ਰੀਤਮ ਬਾਣੀ ਵਿੱਚ ਕਹਿੰਦੇ, ਇਹ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਤੇ ਕੇਵਲ ਕਰਤਾ ਪੁਰਖ ਬਾਬਾ ਨਾਨਕ ਜੀ ਕਹਿੰਦੇ ਉਹੋ ਹੀ ਆ। ਅਕਾਲ ਪੁਰਖ ਨੇ ਮੂਲ ਮੰਤਰ ਬਾਬਾ ਨਾਨਕ ਜੀ ਨੂੰ ਪਹਿਲੀ ਵਾਰ ਦਿੱਤਾ ਜਦੋਂ ਵੇਈ ਚੋਂ ਅਲੋਪ ਹੋ ਕੇ ਅਕਾਲ ਪੁਰਖ ਦੇ ਕੋਲ। ਕਰਤਾ ਪੁਰਖ, ਬਸ ਉਹੋ ਹੀ ਕਰਤਾ ਹੈ, ਬ੍ਰਹਮਾ ਕਰਤਾ ਨਹੀਂ ਹੈ। ਹਾਂ, ਜੇ ਬ੍ਰਹਮਾ ਉਹਦੇ ਨਾਲ ਜੁੜ ਜਾਵੇ ਤੇ ਇਹਦੇ ਰਾਹੀਂ ਉਹ ਕਰਤਾ ਆ ਕੇ ਸਾਰੇ ਕੰਮ ਕਰਦਾ। ਕਹੋ ਸਤਨਾਮ। ਸਰੀਰਾਂ ਦੇ ਵਿੱਚ ਹੀ ਉਹ ਵਰਤਦਾ ਨਾ। ਪ੍ਰਭ ਜੀ ਬਸੈ ਸਾਧਕੀ ਰਸਨਾ, ਫਿਰ ਉੱਥੇ ਬੈਠ ਕੇ ਜੋ ਬਚਨ ਕਹਿੰਦਾ ਉਹ ਪੂਰੇ ਹੋਈ ਜਾਂਦੇ ਆ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਆਪਾਂ ਕਿਤਨੇ ਬ੍ਰਹਮ ਗਿਆਨੀਆਂ ਦੀਆਂ ਕਹਾਣੀਆਂ ਸੁਣੀਆਂ, ਸੁਣਦੇ ਹਾਂ, ਅੱਗੇ ਵੀ ਸੁਣਾਂਗੇ। ਉਹਨਾਂ ਦੇ ਮੁਖ ਚੋਂ ਨਿਕਲੇ ਬਚਨ ਕਦੋਂ ਸੱਤ ਹੋਏ? ਜਦੋਂ ਪਰਮੇਸ਼ਰ ਉਹਨਾਂ ਦੀ ਰਸਨਾ ਤੇ ਆ ਕੇ ਬਹਿ ਗਿਆ। ਕਹੋ ਸਤਨਾਮ। ਭਜਨ ਬੰਦਗੀ ਕਰਕੇ ਤਾਂ ਉੱਥੋਂ ਫਿਰ ਜੋ ਹੁੰਦਾ ਹੈ ਉਹ ਫਿਰ ਸਾਤੀ ਹੁੰਦਾ। ਪ੍ਰਭ ਜੀ ਵਸੈ ਸਾਧਕੀ ਰਸਨਾ। ਪਰ ਫਿਰ ਵੀ ਨਾਨਕ ਜਨਕਾ ਦਾਸਨ ਦੱਸਣਾ, ਹੰਕਾਰ ਨਹੀਂ ਕਰਨਾ ਵੀ ਮੈਂ ਕਰਤਾ। ਦਾਸਾਂ ਦਾ ਦਾਸ ਹੀ ਦੱਸਣਾ ਹੈ, ਦਾਸਾਂ ਦਾ ਦਾਸ ਹੀ ਬਣ ਕੇ ਰਹਿਣਾ। ਨਿਮਰਤਾ ਰੱਖਣੀ, ਹੰਕਾਰ ਤੋਂ ਬਚਣਾ, ਕਿਉਂਕਿ ਪਰਮੇਸ਼ਰ ਨੂੰ ਕੋਈ ਹੰਕਾਰ ਨਹੀਂ ਹੈ। ਉਹ ਕਰਤਾ ਪੁਰਖ ਹੈ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਇੰਨੇ ਕੁਝ ਕਰਕੇ ਸ੍ਰਿਸ਼ਟੀ ਨੂੰ ਬਣਾ ਕੇ, ਚਲਾ ਕੇ, ਸਾਜ ਕੇ, ਪਾਲ ਕੇ ਵੀ ਤਿਲ ਜਿੰਨੀ ਵੀ ਤਮਾ ਨਹੀਂ ਕਰਦਾ। ਭਾਵ ਹੰਕਾਰ, ਤਮਾ ਹੁੰਦੀ ਹੈ ਅੱਗ ਵਰਗੀ, ਤੇ ਇਹਦੇ ਵਰਗਾ ਹੰਕਾਰ ਵੀ ਆ, ਆਸ਼ਾ ਤ੍ਰਿਸ਼ਨਾ ਵੀ ਹੈ, ਈਰਖਾ, ਦੋਈ ਦਵੈਤ ਵੀ ਹੈ। ਸਾਰੇ ਔਗਣ ਜਿਹੜੇ ਆ ਇਹ ਤਮਾ ਚੋਂ ਨਿਕਲਦੇ ਆ। ਕਹੋ ਸਤਨਾਮ। ਪਰ ਉਹ ਤਿਲ ਜਿੰਨੀ ਵੀ ਤਮਾ ਨਹੀਂ ਕਰਦਾ ਇੰਨਾ ਕੁਝ ਕਰਕੇ। ਸਿੱਖਾ ਇਹੋ ਜਿਹਾ ਬਣ ਜਾ। ਕਰਤਾ ਪੁਰਖ, ਇਹਨੂੰ ਕਰਤਾ ਪੁਰਖ ਕਹਿੰਦੇ ਆ। ਮਹਾਰਾਜ ਹੋਰ ਅੱਗੇ ਦੱਸੋ, ਕਰਤੇ ਤਾਂ ਸਾਰੇ ਬੰਦੇ ਹੀ ਆ।
ਉਹ ਕਹਿੰਦਾ ਮੈਂ ਕੋਠੀ ਬਣਾ ਲੈਣਾ, ਉਹ ਕਹਿੰਦਾ ਮੈਂ ਬਿਲਡਿੰਗ ਬਣਾ ਲੈਣਾ, ਉਹ ਕਹਿੰਦਾ ਮੈਂ ਗੱਡੀਆਂ ਬਣਾ ਲੈਣਾ। ਇਹ ਸਾਰੇ ਕਰਤੇ ਬਣੇ ਹੋਏ ਆ। ਕਹਿੰਦੇ ਨਹੀਂ, ਇਹ 'ਚ ਤੇ ਉਹ 'ਚ ਵੀ ਫਰਕ ਹੈ। ਅੱਗੇ ਫਿਰ ਫਰਕ ਕੱਢਣਾ ਪਿਆ। ਨਿਰਭਉ, ਇਹ ਸਾਰੇ ਡਰਾਉਂਦੇ ਆ, ਡਰਦੇ ਆ, ਉਹ ਡਰਦਾ ਡਰਾਉਂਦਾ ਨਹੀਂ। ਬਸ ਇੱਥੋਂ ਫਿਰ ਗੱਲ ਕਲੀਅਰ ਹੋ ਗਈ ਉਸ ਪਰਮੇਸ਼ਰ ਦੀ। ਅਕਾਲ ਨੂੰ ਕਲੀਅਰ ਕਰ ਰਹੇ ਆ। ਜਿਵੇਂ ਕੋਈ ਸੋਨਾ ਰੇਤੇ ਵਿੱਚ ਖਿੰਡ ਜਾਵੇ, ਉਹ ਸੋਨਾ ਲੱਭਦੇ ਹੋਏ ਰੇਤੇ ਨੂੰ ਪਾਸੇ ਕਰੀ ਜਾਂਦਾ, ਸੋਨੇ ਨੂੰ ਪਾਸੇ ਕਰੀ ਜਾਂਦਾ। ਕਹੋ ਸਤਨਾਮ ਸੀ। ਆਹ ਰੇਤਾ ਹੈ, ਇਹ ਰੋੜ ਹੈ, ਇਹ ਤੂੜੀ ਦਾ ਡੱਕਾ ਹੈ, ਇਹ ਡਲੀ ਆ, ਆਹ ਸੋਨਾ ਹੈ, ਆਹ ਕੋਕਾ ਪਿਆ। ਕੋਕਾ ਗਵਾਚ ਗਿਆ ਧਰਤੀ ਤੇ, ਡਿੱਗਦਾ ਨਹੀਂ, ਬਰੀਕ ਜਿਹਾ ਲੱਭਦਾ ਹੀ ਨਹੀਂ ਗਾ। ਬੀਬੀਆਂ ਦੇ ਕੋਲੇ ਬੜੀ ਜੁਗਤੀ ਹੈ, ਬੋਝ ਕੇ ਝਾੜੂ ਮਾਰ ਕੇ ਸਾਰਾ ਰੇਤਾ ਇਕੱਠਾ ਕਰ ਲੈਂਦੀਆਂ, ਵਿੱਚੇ ਕੋਕਾ ਵੀ ਆ ਜਾਂਦਾ। ਕਹੋ ਸਤਨਾਮ ਸੀ। ਫਿਰ ਉਹਨੂੰ ਫਰੋਲ ਕੇ ਰੇਤਾ, ਡੱਕਾ, ਤੂੜੀ ਪਾਸੇ ਕਰਕੇ ਵਿੱਚੋਂ ਸੋਨੇ ਦਾ ਪੀਸ ਚੱਕ ਲਿਆ। ਐਵੇਂ ਅਕਾਲ ਪੁਰਖ ਦੇ ਆਸੇ ਪਾਸੇ ਸੰਸਾਰ ਨੇ ਇਹ ਕੂੜ ਕਵਾੜ ਇਕੱਠਾ ਕਰਤਾ। ਆਹ ਵੀ ਰੱਬ ਹੈ, ਆਹ ਵੀ ਰੱਬ ਹੈ, ਆਹ ਵੀ ਰੱਬ ਹੈ। ਬਾਬਾ ਜੀ ਕਹਿੰਦੇ ਨਹੀਂ, ਆਹ ਦੱਸਾਂ ਮੈਂ ਤੈਨੂੰ ਰੱਬ ਕਿਹੋ ਜਿਹਾ ਹੈ, ਤੂੰ ਉਹੇ ਜਿਹਾ ਬਣ ਜਾ। ਨਿਰਭਉ ਨਿਰਵੈਰ, ਉਹ ਡਰਦਾ ਨਹੀਂ ਤੇ ਡਰਾਉਂਦਾ ਨਹੀਂ। ਤੋ ਜਿਹੜੀ ਸਿੱਖ ਮੱਤ ਹੈ, ਤੇ ਸਿੱਖ ਮੱਤ ਵਿੱਚ, ਗੁਰਸਿੱਖ ਮੱਤ ਵਿੱਚ ਜਿਹੜੇ ਸ਼ਹੀਦ ਹੋਏ, ਪੰਜਵੇਂ ਪਾਤਸ਼ਾਹ ਦੀ ਆਰੰਭਤਾ ਤੋਂ ਲੈ ਕੇ ਸ਼ਹੀਦੀ ਤੋਂ ਆਰੰਭ ਕਰਕੇ ਅੱਜ ਤੱਕ ਜਿੰਨੇ ਗੁਰਸਿੱਖ ਮੱਤ ਵਿੱਚ ਸ਼ਹੀਦ ਹੋਏ, ਉਹ ਸ਼ਹੀਦ ਹੋ ਗਏ ਪਰ ਡਰੇ ਨਹੀਂ। ਕਹੋ ਸਤਨਾਮ ਸੀ। ਔਰ ਕਿਸੇ ਨੇ ਪਹਿਲਾਂ ਕਿਸੇ ਨੂੰ ਡਰਾਇਆ ਵੀ ਨਹੀਂ ਗਾ, ਕਿਉਂਕਿ ਉਹ ਬਾਣੀ ਨਾਲ ਪੜ੍ਹਦੇ ਪੜ੍ਹਦੇ, ਬਾਣੀ ਨਾਲ ਜੁੜਦੇ ਜੁੜਦੇ ਬਾਣੀ ਦਾ ਰੂਪ ਹੋ ਗਏ। ਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਜੋ ਬਾਣੀ ਦੇ ਲੱਛਣ ਸੀ ਬਾਣੀ ਵਿੱਚ ਪਰਮੇਸ਼ਰ ਦੇ, ਉਹਨਾਂ ਨੇ ਗ੍ਰਹਿਣ ਕਰ ਲਏ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਇਹ ਵੀ ਇੱਕੋ ਦਾ ਸੁਭਾਅ ਹੈ, ਮਿੱਠ ਬੋਲੜਾ ਹੋਣਾ। ਕਹੋ ਸਤਨਾਮ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਮਿੱਠ ਬੋਲੜੇ ਆ, ਪਰ ਔਰੰਗੇ ਵਰਗੇ ਡਰਾਉਣ ਲੱਗੇ ਤੇ ਡਰੇ ਵੀ ਨਹੀਂ। ਤੇ ਇਹ ਵੀ ਯਾਦ ਰੱਖਿਓ, 14 ਵੱਡੀਆਂ ਤੇ 3 ਛੋਟੀਆਂ 17 ਜੰਗਾਂ ਕੀਤੀਆਂ, ਪਰ ਕਿਸੇ ਤੇ ਪਹਿਲਾਂ ਹਮਲਾ ਵੀ ਨਹੀਂ ਕੀਤਾ। ਕਹੋ ਸਤਨਾਮ ਸੀ। ਜਦੋਂ ਕੋਈ ਚੜ੍ਹ ਕੇ ਆ ਗਿਆ ਤੇ ਫਿਰ ਰੋਕਣਾ ਤਾਂ ਸੀ ਨਾ। ਬਸ ਔਰੰਗੇ ਦੀ ਤਲਵਾਰ ਤਲਵਾਰ ਹੈ, ਗੁਰੂ ਦੀ ਤਲਵਾਰ ਢਾਲ ਬਣ ਕੇ ਅੱਗੇ ਖੜੀ ਹੈ। ਚਾਹੇ ਉਹ 9ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੈ ਦਿੱਲੀ ਵਿੱਚ ਜਾ ਕੇ, ਤਾਂ ਉੱਥੇ ਵੀ ਇਹੀ ਕਿਹਾ ਵੀ ਨਾ ਡਰ ਨਾ ਡਰਾ। ਉਲਟਾ 9ਵੇਂ ਪਾਤਸ਼ਾਹ ਨੂੰ ਡਰਾਉਣ ਲੱਗਿਆ, ਕਹਿੰਦਾ ਮੈਂ ਤੈਨੂੰ ਮੁਸਲਮਾਨ ਬਣਾਉਂਗਾ। ਪਾਤਸ਼ਾਹ ਕਹਿੰਦੇ ਬਿਲਕੁਲ ਨਹੀਂ। ਉਹਨੇ ਜ਼ੋਰ ਲਾ ਲਿਆ, ਪਹਿਲਾਂ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕੀਤਾ। ਸ਼ਾਇਦ ਗੁਰੂ ਤੇਗ ਬਹਾਦਰ ਡਰ ਕੇ ਕਹੇਗਾ ਕਿ ਚੱਲ ਠੀਕ ਆ। ਉਹਨਾਂ ਦੇ ਸਾਥੀਆਂ ਨੂੰ ਵੀ ਡਰਾਇਆ ਗਿਆ ਵੀ ਤੁਸੀਂ ਮੁਸਲਮਾਨ ਬਣ ਜਾਓ, ਨਹੀਂ ਤਾਂ ਮੈਂ ਮਾਰ ਦੂੰਗਾ। ਕਹਿੰਦੇ ਮਾਰ ਤੇ ਅਸੀਂ ਮਰਨ ਵਾਲੇ ਨਹੀਂ ਆ, ਤੂੰ ਸਰੀਰ ਨੂੰ ਖਤਮ ਕਰੇਗਾ ਨਾ, ਪਰ ਅਸੀਂ ਸਰੀਰ ਹੀ ਨਹੀਂ। ਸਾਨੂੰ ਉਹਨੇ ਗੁਰੂ ਨੇ ਉਹ ਗਿਆਨ ਹੀ ਦੇਤਾ ਕਿ ਅਸੀਂ ਮਰਦੇ ਹੀ ਨਹੀਂ, ਤੂੰ ਮਾਰੇਗਾ ਕਿਹਨੂੰ। ਕਹੋ ਸਤਨਾਮ ਸੀ। ਮਾਰ ਕੇ ਦੇਖ ਲਾ, ਤੇਰੀ ਸਰੀਰ ਤੱਕ ਪਹੁੰਚ ਹੈ, ਆਤਮਾ ਨੂੰ ਨਹੀਂ ਤੂੰ ਮਾਰ ਸਕਦਾ। ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਗੁਰੂ ਸਾਹਿਬ ਦੇ ਸਾਹਮਣੇ ਸ਼ਹੀਦ ਕੀਤੇ। ਬਾਅਦ 'ਚ ਕਿਉਂ ਸ਼ਹੀਦ ਕੀਤਾ ਪਾਤਸ਼ਾਹ ਜੀ ਨੂੰ? ਕਿ ਸ਼ਾਇਦ ਇਹਨਾਂ ਨੂੰ ਵੇਖ ਕੇ ਇਹ ਡਰ ਕੇ ਮੁਸਲਮਾਨ ਬਣ ਜੇ, ਸਾਡੀ ਈਨ ਮੰਨ ਲਵੇ, ਤਾਂ ਇਹਨੇ ਈਨ ਮੰਨ ਲਈ ਤੇ ਸਾਰੀ ਜਿਹੜੀ ਹੈ ਭਾਰਤ ਵਰਸ਼, ਇਹ ਸਾਰਾ ਆਪੇ ਮੁਸਲਮਾਨ ਬਣ ਜਾਊਗਾ। ਕਿਉਂਕਿ ਜਿਹੜੇ ਕਸ਼ਮੀਰ ਦੇ ਪੰਡਤ, ਉਹਨਾਂ ਨੇ ਸੁਨੇਹਾ ਭੇਜਦਾ ਬਈ ਸਾਡਾ ਗੁਰੂ ਤੇਗ ਬਹਾਦਰ ਹੈ, ਜੇ ਤੁਸੀਂ ਉਹਨੂੰ ਮੁਸਲਮਾਨ ਬਣਾ ਲਿਆ ਤਾਂ ਅਸੀਂ ਆਪੇ ਬਣ ਜਾਵਾਂਗੇ, ਮਾਰਨ ਦੀ ਲੋੜ ਨਹੀਂ ਪੈਣੀ। ਬੜਾ ਜ਼ੋਰ ਤਾਣ ਲਾਇਆ। ਤਾਂ ਗੁਰੂ ਪਰਮੇਸ਼ਰ ਸਰੂਪ ਹੈ, ਜੋ ਨਾ ਡਰਦੇ ਆ ਨਾ ਡਰਾਉਂਦੇ ਆ, ਸੱਚ ਕਹਿੰਦੇ ਆ। ਤੇ ਮਨੁੱਖਤਾ ਦੇ ਅੰਦਰ ਵੀ ਇਹ ਮੂਲ ਮੰਤਰ ਦੇ ਲੱਛਣ ਆ ਜਾਣ ਤੇ ਇਹ ਮਨੁੱਖ ਵੀ ਪਰਮੇਸ਼ਰ ਦਾ ਰੂਪ ਹੋ ਸਕਦਾ। ਕਹੋ ਸਤਨਾਮ ਸ੍ਰੀ। ਆ ਨਾਨਕ ਮੈਂ ਤੈਨੂੰ ਦੱਸਾਂ, ਮੇਰੇ ਬਾਰੇ ਜਾ ਕੇ ਦੱਸ ਦੁਨੀਆ ਨੂੰ ਰੱਬ ਕੀ ਆ। ਨਿਰਭਉ ਨਿਰਵੈਰ। ਇਹ ਤਾਂ ਠੀਕ ਹੈ ਮਹਾਰਾਜ, ਰਾਵਣ ਵਰਗੇ, ਹਰਨਾਕਸ਼ ਵਰਗੇ ਡਰਦੇ ਹੀ ਨਹੀਂ ਸੀਗੇ। ਉਹ ਕਹਿੰਦੇ ਨਹੀਂ, ਉਹ ਮਰ ਗਏ ਨਾ, ਇਹ ਮਰਦਾ ਨਹੀਂ। ਅਕਾਲ ਮੂਰਤ, ਇਹ ਸਰੂਪ ਕਾਲ ਤੋਂ ਪਰੇ ਹੈ। ਕਹੋ ਸਤਨਾਮ ਸੀ। ਉਹਨੂੰ ਮਾਰਨ ਵਾਲਾ ਕੋਈ ਨਹੀਂ। ਰਾਵਣ ਹਰਨਾਕਸ਼ ਵਰਗੇ ਮਾਰੇ ਗਏ। ਜਿਹੜੇ ਕਹਿੰਦੇ ਸੀ ਕਿਸੇ ਤੋਂ ਡਰਦੇ ਨਹੀਂ, ਉਹ ਵੀ ਰਗੜਤੇ। ਕਾਲ ਨੇ ਕੋਈ ਨਹੀਂ ਛੱਡਿਆ। ਕਾਲ ਕੇ ਬਣਾਏ ਸਭ ਕਾਲ ਹੀ ਚਬਾਏ हैं।
पर जेड़े परमेश्वर की रब की मैं गल करदा वो मूहरे आड़ा ला के कहता अकाल, वो काल तो परे आ, वो काल नूं भी मार लैण वाला है। जे कोई उहदे नाल जुड़ गया वो भी काल तो बाहर हो जाऊगा। बाबा दीप सिंह जी महाराज उन्हां दी किन्नी तपस्या किन्नी भगती आ। दुनिया कहती आ कि नाड़ कोई कट्टी जाए तो डिग जाता, शरीर मर जाता, पर देखो बाबा दीप सिंह जी की शहीदी तुहाडे सारे सामने आ। उन्हां दा जिहड़ा मकसद सीगा हरमंदर साहब नूं आज़ाद करा के ये सीस मैं गुरु रामदास जी के चरणों में धरना, भावें कि उस तो पहला जरनैल दे नाल, मुगल जरनैल दे नाल जंग होया इन्हां दा और सांझा वार चलिया, इन्हां ने खंडा चलाया, जरनैल का शरीर वढ़ दिता, ओहदी भी तलवार चल गई तो बाबा जी का सीस कटिया गया। शरीर एक बारी धरती ते लम्हा पै गया, सामने सिर पे सिख कहते हो बाबा तू तो कहता सी मैं असीस रामदास जी के चरणों च रखूँगा। ऐसी घटना घटी, वो नाम की महिमा, नाम का प्रताप है। ये उसे शरीर ने उठ के अपना सीस आप ही चक लिया खब्बे हाथे ते सज्जा हाथ फिर खंडा बाउन लग्या ते मुगल वेख के भज गए, कहते भी सिख नहीं मर देगे, भज लो, ये तो वड्डे होए भी लड़ लग पैंदे आ। कोई सतनाम सी वो तुर्क जेड़े बची फौज सी जो जरनैल मारिया गया, फिर फौज की करे भज ली, भजदे हुए रौला पाउंदे आ, वो सिख आ गए, सिख आ गए, ये नहीं मरदे तो वड्डे होए भी चल पैंदे आ, एक तो उठ खड़े आ, दूजे भी आ जाणगे। भजदे भजदे हरमंदर साहब दे वल गए, उत्थे जेड़े खड़े सी वो भी भाजड़ वेख के वो भी भज ले ते बाबा दीप सिंह जी अपने साथियों समेत अपने सीस नूं रामदास जी के चरणों में पहुँचाते हैं। कहो सतनाम श्री। ये की आ अकाल, ਜਿਹੜੇ अकाल नूं जपदे आ वो काल दे पंजे चों बाहर निकल जाते हैं। ਜਿਹੜੇ गुरु के भै विच रहिंदे आ, अज दा शब्द है भौ मुच भारा वड्डा तोल। इत्थे एक वारी मरदाने विच पातशाह ने फुरना पैदा करता माँ प्यो नूं मिल अपना जवाकां नूं मिलन दा। गुरु साहब ने बड़ा रोकिया ना रोकिया, भाई बाले नूं कहा समझा भाई इनू इत्थे बुलावा जंगल च बहुत ज़्यादा कोई इनू खा जाऊगा। कहना मैं तो घरे जाऊँगा, मैं नहीं रहिंदा हुण तुहाडे नाल। धक्के नाल तुर पिया सी भाई मरदाना ते गांह जाके कौडे राक्ष ने घेर लिया। ये जिहड़ा शब्द अगला अज वाला ये उस विषय ते उच्चारण कीते आपां कल नूं सरवण करांगे शब्द दी विचार आपां, पर इत्थे मूल मंत्र संपूर्ण करिए। वो अकाल पुरख जिहड़ा है वो काल तो बाहर है, असीं उस नूं रब मनदे आ। कबीर साहब जी भी कहंदे लिख यार मेटे ताहे ना माना, ओंकार आद मैं जाना। मैं उस नूं जान लिया जिहड़ा सब तो पहला सीगा, मैं उहनूं मनदा। मैं आ जिहड़े जमदे मरदे ढैंदे बनदे आ इन्हां नूं मैं नहीं रब मनदा। फिर ही उन्हां दी बाणी ला रखी ना जिहड़ी पातशाह जी दी बाणी दे मुताबिक चल रही है। खैर वो अकाल है, वो काल तो बाहर है, वो स्वरूप मूरत। मूर्त कहांगे तो स्वरूप है, मूरत कहांगे तो इहदा अर्थ है वो अपने आप नाल रतिया होया रंगिया होया निज स्वरूप नाल जुड़िया होया, वो किसी दूजे की आराधना नहीं करने वाला। को सतनाम श्री। आपां नूं भी सतगुर ने निज स्वरूप का ज्ञान दिता है, माता जीतो जी दिता 10वें पातशाह जी ने। ते निज हुंदा है अपना आपा ते निज स्वरूप है अपना स्वरूप। अपने आपे का ध्यान धरना, किसी दूजे का ध्यान धरन की लोड़ नहीं है। मूरत खुद नाल जुड़ना। कहो सतनाम। रब किसी का ध्यान नहीं धरदा ते गुरमत विच भी किसी मूर्ति किसी फोटो किसी दूजे मनुख का ध्यान धरन का हुक्म नहीं, निज नाल जुड़न का हुक्म है। मैं हो परम पुरख को दासा वेखन आयो जगत मासा, जो मुझको परमेश्वर उचरिया तेना नर कुंड में का पर है। मतलब के वेखियो किते शरीरां नाल ना जुड़ जियो, मेरा रूप ग्रंथ जी जान इस मैं भेद न रंच कमान। जो मुझ बचन करने की चाहे ग्रंथ विचार सुनो चित लाए। खुद ही अंदर जाना है, मार्गदर्शन बाणी तो ले लियो। कोई सतनाम। फोटोआं नाल ना जुड़ियो, शरीरां नाल ना जुड़ियो। वो परमेश्वर जिहड़ा है वो अजूनी है, वो जून विच नहीं आउंदा, जमदा मरदा नहीं। ये शब्द भी जमन मरण तो बाहर है। प्रगटियो खालसा परमात्मा की मौज, खालसा भी जम्मिया नहीं प्रगट होया। को सतनाम। 10वें पातशाह जी ने प्रगट किया खालसा पंथ, तो जिहड़ा प्रगट होया वो खत्म नहीं हुंदा, जिहड़ा जम्मिया वो मरूगा। को सतनाम श्री।
ਅਜੂਨੀ ਇਹ ਵੀ ਇੱਕ ਉਹਦਾ ਲੱਛਣ ਹੈ ਪਰਮੇਸ਼ਰ ਦਾ ਕਿ ਉਹ ਜੂਨਾਂ ਤੋਂ ਬਾਹਰ ਆ, ਜੂਨਾਂ ਵਿੱਚ ਨਹੀਂ ਆਉਂਦਾ। ਉਹ ਤਾਂ ਰਵਿਦਾਸ ਵਿੱਚੋਂ ਵੀ ਬੋਲ ਪਿਆ, ਕਬੀਰ ਸਾਹਿਬ ਚੋਂ ਬੋਲ ਪਿਆ, ਕਦੇ ਨਾਮਦੇਵ ਚੋਂ ਬੋਲ ਪਿਆ। ਉਹ ਤਾਂ ਗਿਆਨ ਸਰੂਪ ਪਰਮੇਸ਼ਰ ਹੈ, ਉਹ ਜੰਮਦਾ ਮਰਦਾ ਥੋੜਾ ਹੀ ਆ। ਕਹੋ ਸਤਨਾਮ ਸਿੱਖਾ ਕਿੱਧਰ ਚਲੇ ਆ? ਸਵੈਭੰ, ਉਹ ਆਪਣੇ ਆਪ ਨੂੰ ਆਪੇ ਪ੍ਰਗਟ ਕਰਨ ਵਾਲਾ ਹੈ। ਐਸੇ ਮਾਲਕ ਨੂੰ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਜਾਣਿਆ ਜਾ ਸਕਦਾ ਹੈ। ਬਾਬੇ ਨਾਨਕ ਦਾ ਗੁਰੂ ਪਰਮੇਸ਼ਰ ਬਣਿਆ ਤੇ ਬਾਬਾ ਨਾਨਕ ਆ ਕੇ ਸ੍ਰਿਸ਼ਟੀ ਦਾ ਗੁਰੂ ਬਣਿਆ, ਸੰਸਾਰ ਦਾ ਗੁਰੂ ਬਣਿਆ ਤੇ ਫਿਰ ਗੁਰੂ ਬਣ ਕੇ ਆਪਣੇ ਵੱਲੋਂ ਇੱਕ ਸਾਈਨ ਕੀਤੇ ਆ, ਸਹੀ ਪਾਈ ਆ। ਇਹ ਮੂਲ ਮੰਤਰ ਸੁਣਾ ਕੇ ਗਾਂ ਲਿਖਿਆ, ਜਪ ਸਿੱਖਾ ਇਹੀ ਜਪਣ ਯੋਗ ਹੈ। ਕਿਉਂ? ਕਿਉਂਕਿ ਇਹੋ ਹੀ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ ਤੇ ਨਾਨਕ ਹੋਸੀ ਵੀ ਸੱਚ। ਨਾਨਕ ਜੀ ਕਹਿੰਦੇ ਬਸ ਇਹੋ ਹੀ ਸੱਚ ਹੈ। ਪੂਰੇ ਅਗਲੇ ਸ਼ਬਦ ਦੇ ਵਿਚਾਰ, ਭਉ ਮੁਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚੱਲੀਐ ਸਹੀ ਹੈ ਭਾਰ, ਨਦਰੀ ਕਰਮ ਕਰਮੀ ਗੁਰ ਵਿਚਾਰ, ਭੈ ਬਿਨ ਕੋਈ ਨਾ ਲੰਘ ਸਪਾਰ, ਭੈ ਭਉ ਰਾਖਿਆ ਭਾਏ ਸਵਾਰ ਰਹਾਓ। ਇਹ ਸ਼ਬਦ ਦੇ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਾਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ